ਹਰਾ ਭੇਜਿਓ ਸਭ ਹਿਨ ਕੋ ਜਬੈ ਮਿਲਿਓ ਗੋਪਾਲ ਹੈ ਜਾਏ। ਜਦੋਂ ਇਹ ਪਹਿਲਾਂ ਭੀਮ ਚੰਦ ਨੂੰ ਮਿਲਿਆ, ਸੰਗਤੀਆ ਸਿੰਘ ਕਿਰਪਾਲ ਚੰਦ ਨੂੰ ਮਿਲਿਆ, ਹੁਸੈਨੀ ਨੂੰ ਮਿਲਿਆ, ਤੇ ਇਹਨਾਂ ਨੇ ਆਖਿਆ ਵੀ ਤੁਸੀਂ ਜਾ ਕੇ ਗੋਪਾਲ ਚੰਦ ਨੂੰ ਲੈ ਆਓ ਤੇ ਅਸੀਂ ਧਰਮ ਇਨਸਾਫ ਦੇ ਉੱਤੇ ਫੈਸਲਾ ਕਰਾਂਗੇ। ਤੇ ਸੰਗਤੀਆ ਸਿੰਘ ਜਾ ਕੇ ਗੋਪਾਲ ਚੰਦ ਨੂੰ ਮਿਲਿਆ ਹੈ, ਗੁਲੇਰ ਦੇ ਰਾਜੇ ਨੂੰ। ਆਸ਼ਾ ਕਹੋ ਸੁਨਾਏ ਕਰ ਚਲੋ ਮਿਲੋ ਗਿਰਰਾਏ। ਔਰ ਜਾ ਕੇ ਗੋਪਾਲ ਚੰਦ ਨੂੰ ਸੰਗਤੀਆ ਸਿੰਘ ਨੇ ਸਾਰੀ ਗੱਲ ਸਮਝਾਈ ਹੈ ਵੀ ਹੇ ਰਾਜਾ ਜੀ, ਚਲੋ ਤੁਸੀਂ ਆਪਣੇ ਭਾਈਚਾਰੇ ਨਾਲ, ਭੀਮ ਚੰਦ ਨਾਲ, ਕਿਰਪਾਲ ਚੰਦ ਨਾਲ ਬਹਿ ਕੇ ਗੱਲਬਾਤ ਕਰ ਲਵੋ। ਜੋ ਪਈ ਤੋਹੇ ਭਲੇ ਹਿਤ ਮੋਹੇ ਪਠਾਇਓ। ਹੇ ਗੋਪਾਲ ਚੰਦ, ਤੇਰੇ ਭਲੇ ਵਾਸਤੇ ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਤੋਂ ਭੇਜਿਆ ਹੈ। ਜਾਂਤੇ ਧਰਮ ਹੇਤ ਕਰ ਆਇਓ। ਇਸ ਕਰਕੇ ਮੈਂ ਧਰਮ ਦੇ ਉੱਤੇ, ਸਹੁੰ ਦੇ ਉੱਤੇ ਗੱਲ ਮੁਕਾ ਕੇ ਆਇਆ ਹਾਂ। ਧਰਮ ਦਾ ਵਾਸਤਾ ਪਾਇਆ ਹੈ, ਕਿਉਂਕਿ ਜਿਹੜਾ ਬੰਦਾ ਆਪਣੇ ਧਰਮ ਤੋਂ ਗਿਰ ਗਿਆ ਉਸ ਤੋਂ ਵੱਡੀ ਉਸ ਨੂੰ ਹੋਰ ਕੋਈ ਸਜ਼ਾ ਨਹੀਂ ਹੁੰਦੀ। ਸੋ ਜੇ ਆਪਣੇ ਧਰਮ ਤੋਂ ਹੀ ਗਿਰ ਜਾਣਗੇ ਤਾਂ ਬਿਨਾਂ ਮਾਰਿਆਂ ਆਪੇ ਹੀ ਮਰ ਜਾਣਗੇ। ਸੋ 10 ਅਸ਼ਟ ਨਰਕ ਕੁਸ਼ਟਨ ਬਿਖੈ ਧਰਮ ਬਿਮੁਖ ਨਰ ਨੀਤ ਗਮ ਹੈ ਧਰਮ ਸਾਰ ਸੰਸਾਰ ਮੈਂ ਤਾਂ ਤੇ ਧਰਮ ਨਮਾਮ ਮਮ। ਜਿਹੜਾ ਬੰਦਾ ਆਪਣੇ ਧਰਮ ਤੋਂ ਗਿਰ ਜਾਂਦਾ ਹੈ 18 ਕੁੰਭੀ ਨਰਕਾਂ ਵਿੱਚ ਸੜਦਾ ਹੈ। ਸੋ ਮੈਂ ਧਰਮ ਦਾ ਵਿੱਚ ਵਿਚੋਲਾ ਪਾ ਕੇ ਧਰਮ ਨਿਆਂ ਕਰਕੇ ਸਹੁੰ ਪਾ ਕੇ ਉਹਨਾਂ ਨੂੰ ਲਿਆਇਆ ਆਇਆ ਹਾਂ। ਨਹਿ ਬਿਗਰਹਾਂਗੇ ਸੰਗ ਤਿਹਾਰੇ। ਇਹ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਧਰਮ ਇਮਾਨ ਤੇ ਪੱਕੇ ਰਵਾਂਗੇ ਔਰ ਰਾਜਾ ਗੋਪਾਲ ਚੰਦ ਨਾਲ ਕੋਈ ਧੋਖਾ ਨਹੀਂ ਕਰਾਂਗੇ, ਕੋਈ ਵਿਗਾੜ ਨਹੀਂ ਕਰਾਂਗੇ। ਕਰੀ ਬਾਤ ਮੈਂ ਅਨੇਕ ਪ੍ਰਕਾਰੇ। ਮੈਂ ਅਨੇਕਾਂ ਤਰੀਕੇ ਨਾਲ ਗੱਲਬਾਤ ਕੀਤੀ ਹੈ, ਸਾਰੇ ਪੱਖਾਂ ਨੂੰ ਵਿਚਾਰ ਕੇ ਆਇਆ ਹਾਂ। ਜੇਕਰ ਧਰਮ ਜਾਹੇਂਗੇ ਹਾਰ। ਜੇ ਉਹ ਆਪਣਾ ਧਰਮ ਹਾਰ ਜਾਣਗੇ, ਯਾਨੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੈ, ਜਿਹੜੀ ਜ਼ੁਬਾਨ ਕੀਤੀ ਹੈ ਉਸ ਤੋਂ ਫਿਰ ਜਾਣਗੇ, ਮੁੱਕਰ ਜਾਣਗੇ, ਸਤਿਗੁਰ ਮੈਂ ਦੀਨ ਮਜਾਰ। ਤਾਂ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਮੈਂ ਵਿਚੋਲਾ ਪਾ ਕੇ ਆਇਆ ਹਾਂ। ਸਤਿਗੁਰੂ ਜੀ ਧਰਮ ਦੇ ਰਾਖੇ ਹਨ। ਜੇ ਕੋਈ ਧਰਮ ਦੇ ਵਿਰੁੱਧ ਜਾਵੇਗਾ ਤਾਂ ਕਲਗੀਧਰ ਪਾਤਸ਼ਾਹ ਆਪੇ ਹੀ ਦੰਡ ਦੇਣਗੇ। ਤੇਰੀ ਤਬ ਹੋਏ। ਤਾਂ ਫਿਰ ਜਿਹੜਾ ਧਰਮ ਤੋਂ ਹਾਰ ਜਾਵੇਗਾ ਉਹਦੀ ਹਾਰ ਹੋਵੇਗੀ, ਜਿਹੜਾ ਧਰਮ 'ਚ ਪੱਕਾ ਹੋਵੇਗਾ ਉਹਦੀ ਜਿੱਤ ਹੋਵੇਗੀ। ਸੋ ਰਾਜਾ, ਜੇ ਉਹ ਤੇਰੇ ਵਿਰੋਧੀ ਕਿਰਪਾਲ ਚੰਦ ਤੇ ਭੀਮ ਚੰਦ ਤੇ ਹੁਸੈਨ ਖਾਨ ਆਪਣੇ ਈਮਾਨ ਤੋਂ, ਆਪਣੇ ਧਰਮ ਤੋਂ ਗਿਰ ਜਾਣਗੇ ਤਾਂ ਤੇਰੀ ਜਿੱਤ ਹੋ ਜਾਵੇਗੀ, ਤੇਰਾ ਮੋਰਚਾ ਫਤਿਹ ਹੋ ਜਾਵੇਗਾ। ਧਰਮਹੀਨ ਰਿਪ ਹਾਰੈ ਸੋਏ। ਕਹਿੰਦੇ ਧਰਮ ਤੋਂ ਹੀਣਾ ਦੁਸ਼ਮਣ ਹਾਰ ਜਾਏਗਾ। ਆਦਿਕ ਨਿਰਪ ਕੋ ਸਮਝਾਇਓ। ਇਸ ਤਰ੍ਹਾਂ ਰਾਜੇ ਨੂੰ ਸਮਝਾਇਆ ਹੈ ਭਾਈ ਸੰਗਤੀਆ ਸਿੰਘ ਨੇ ਗੋਪਾਲ ਚੰਦ ਨੂੰ ਤੇ ਉਹਦੇ ਮੰਤਰੀ ਮੰਡਲ ਨੂੰ, ਸਾਰਿਆਂ ਨੂੰ ਹੌਸਲਾ ਦਿੱਤਾ ਹੈ। ਗੁਰ ਕੋ ਨਾਮ ਸੁਨਤ ਹੁਲਸਾਇਓ। ਜਦੋਂ ਗੋਪਾਲ ਚੰਦ ਗੁਲੇਰੀਏ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਨਾਂ ਸੁਣਿਆ, ਉਹਨੂੰ ਬੜਾ ਸਕੂਨ ਮਿਲਿਆ, ਬੜੀ ਖੁਸ਼ੀ ਮਿਲੀ, ਹੌਸਲਾ ਹੋਇਆ ਕਿ ਮਹਾਰਾਜ ਮੇਰੇ ਵੱਲ ਹਨ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਗੁਰਬਾਣੀ 'ਚ ਬਚਨ ਹੈ, ਜਿਸ ਦਾ ਕਰਤਾ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਲਗੀਆਂ ਵਾਲੇ ਸਤਿਗੁਰੂ ਹਨ, ਉਹ ਕਦੀ ਹਾਰ ਸਕਦਾ ਹੈ, ਕਦੀ ਵੀ ਹਾਰ ਨਹੀਂ ਹੁੰਦੀ ਉਸ ਦੀ। ਕਹਿਤ ਪਇਓ ਜੇ ਪ੍ਰਭ ਵਿੱਚ ਆਏ। ਕਹਿਣ ਲੱਗਾ, ਗੋਪਾਲ ਚੰਦ ਬੋਲਿਆ ਕਿ ਹੇ ਭਾਈ ਸੰਗਤੀਆ ਸਿੰਘ ਜੀ, ਜੇ ਮੇਰੇ ਪ੍ਰਭੂ ਜੀ, ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਵਿੱਚ ਆ ਖਲੋਤੇ ਹਨ ਤਾਂ ਮੈਨੂੰ ਕੋਈ ਸ਼ੰਕਾ ਨਹੀਂ ਰਹਿ ਗਿਆ, ਕਿਉਂਕਿ ਜਿਹਦੇ ਵੱਲ ਮੇਰਾ ਸਤਿਗੁਰੂ ਹੈ ਉਹਦੀ ਹਰ ਮੈਦਾਨ ਫਤਿਹ ਹੁੰਦੀ ਹੈ। ਸੰਗਤੀਆ ਸਿੰਘ ਕੋ ਸੰਗ ਪਇਓ। ਕਹਿੰਦੇ ਸੰਗਤੀਆ ਸਿੰਘ ਦੇ ਨਾਲ
ਗੋਪਾਲ ਚੰਦ ਗੁਲੇਰੀਆ ਤੁਰ ਪਿਆ। ਲਹਿਰ ਨਿਕਸ ਗਨ ਦਲ ਯੁਤ ਆਇਓ। ਆਪਣੀ ਫੌਜ ਲੈ ਕੇ, ਆਪਣੇ ਯੋਧੇ ਚੋਣਵੇਂ ਜਰਨੈਲ ਨਾਲ ਲੈ ਕੇ, ਸੰਗਤੀਆ ਸਿੰਘ ਨੂੰ ਨਾਲ ਲੈ ਕੇ ਗੁਲੇਰ ਦਾ ਰਾਜਾ ਗੋਪਾਲ ਚੰਦ ਕਿਲੇ ਤੋਂ ਬਾਹਰ ਨਿਕਲਿਆ। ਭੀਮ ਚੰਦ ਅਰ ਜਹਾਂ ਕਿਰਪਾਲ। ਜਿੱਥੇ ਰਾਜਾ ਭੀਮ ਚੰਦ ਕਹਿਲੂਰਪਤੀ ਔਰ ਰਾਜਾ ਕਿਰਪਾਲ ਚੰਦ ਕਟੋਚੀਆ ਕਾਂਗੜ ਨਰੇਸ਼ ਇਹ ਦੋਵੇਂ ਬੈਠੇ ਹੋਏ ਸਨ। ਮਹਾਂ ਆਨ ਕਰ ਮਿਲਿਓ ਗੋਪਾਲ। ਉੱਥੇ ਆ ਕੇ ਗੋਪਾਲ ਚੰਦ ਇਹਨਾਂ ਨੂੰ ਮਿਲਿਆ ਹੈ। ਇਹ ਰਾਜਪੂਤ ਰਾਜੇ, ਪਹਾੜ ਦੇ ਰਾਜੇ ਤਿੰਨੇ ਇਕੱਠੇ ਹੋਏ ਹਨ। ਬੈਠੇ ਸਭ ਮਸਲਤ ਕੋ ਕੀਨ। ਸਾਰਿਆਂ ਨੇ ਬਹਿ ਕੇ ਸਲਾਹ ਕੀਤੀ ਹੈ, ਵਿਚਾਰ ਵਟਾਂਦਰਾ ਕੀਤਾ ਹੈ। ਖਾਨ ਹੁਸੈਨ ਸੰਗ ਬੜ ਲੀਨ। ਤੇ ਹੁਸੈਨ ਖਾਨ ਨੂੰ ਵਿਚਕਾਰ ਲੈ ਕੇ ਗੱਲਬਾਤ ਸ਼ੁਰੂ ਕੀਤੀ ਹੈ। 10,000 ਦੀਜੈ ਤਨ ਆਨ। ਤੇ ਹੁਸੈਨ ਖਾਨ ਹੰਕਾਰੀ ਸੀ, ਕਿਸੇ ਗੱਲ ਨੂੰ ਸਮਝਣ ਵਾਲਾ ਨਹੀਂ ਸੀ। ਬੜੇ ਮਾਣ ਵਿੱਚ ਆ ਕੇ, ਹੰਕਾਰ ਵਿੱਚ ਆ ਕੇ ਬੋਲਿਆ, ਕਹਿਣ ਲੱਗਾ ਮੈਂ ਕੋਈ ਗੱਲ ਨਹੀਂ ਕਰਨੀ, ਪਹਿਲਾਂ 10,000 ਰੁਪਈਆ ਮੈਨੂੰ ਲਿਆ ਕੇ ਦੇ, ਫਿਰ ਮੈਂ ਤੇਰੇ ਨਾਲ ਗੱਲ ਕਰਾਂਗਾ। ਓ ਮਿਲ ਹੈ ਇਹ ਨਿਸ਼ਚੈ ਜਾਨ। ਕਹਿਣ ਲੱਗਾ ਜੇ ਤੇ ਮੈਨੂੰ ਗੋਪਾਲ ਚੰਦ 10,000 ਰੁਪਈਆ ਚੱਟੀ ਭਰ ਦੇਵੇ, ਟੈਕਸ ਦੇ ਦੇਵੇ, ਤਾਂ ਮੈਂ ਇਹਨੂੰ ਆਪਣੇ ਨਾਲ ਮਿਲਾ ਲਵਾਂਗਾ, ਨਹੀਂ ਤਾਂ ਇਹਦੇ ਨਾਲ ਮੇਰਾ ਜੰਗ ਹੋਵੇਗਾ। ਸੁਣ ਗੋਪਾਲ ਬੋਲਿਓ ਤਨ ਏਤੋ। ਇਹ ਸੁਣ ਕੇ ਰਾਜਾ ਗੋਪਾਲ ਚੰਦ ਗੁਲੇਰੀਆ ਵੀ ਹੌਸਲੇ ਨਾਲ ਅੱਗੋਂ ਜਵਾਬ ਦਿੰਦਾ ਹੈ। ਉਹ ਕਹਿੰਦਾ ਹੈ ਇੰਨਾ ਪੈਸਾ ਮੈਂ ਨਹੀਂ ਦੇ ਸਕਦਾ। ਉਹਨੇ ਦੇ ਦਲ ਰਹਿ ਰਿਪ ਕੇਤੋ। ਬੇਸ਼ੱਕ ਤੂੰ ਮੇਰੇ ਨਾਲ ਲੜ ਲੈ, ਜਿੰਨੀ ਮਰਜ਼ੀ ਦੁਸ਼ਮਣ ਮੇਰੇ ਨਾਲ ਲੜਾਈ ਕਰੇ, ਮੈਂ ਲੜਨ ਨੂੰ ਤਿਆਰ ਹਾਂ। ਕਿਉਂਕਿ ਹੁਣ ਗੋਪਾਲ ਚੰਦ ਗੁਲੇਰੀਏ ਨੂੰ ਹੌਸਲਾ ਹੋ ਗਿਆ ਕਿ ਮੇਰੀ ਪਿੱਠ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਹੱਥ ਹੈ, ਜਿਹਦੇ ਵੱਲ ਬਾਜਾਂ ਵਾਲਾ ਹੈ ਉਹ ਕਦੀ ਹਾਰ ਨਹੀਂ ਸਕਦਾ। ਇਸ ਕਰਕੇ ਰਾਜਾ ਗੋਪਾਲ ਚੰਦ ਨੇ ਬੜੇ ਹੌਸਲੇ ਨਾਲ ਹੁਸੈਨੀ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਜਬ ਕਿਰਪਾਲ ਹੋਏ ਬੈਠਤ ਨਿਆਰੋ। ਜਦੋਂ ਰਾਜਾ ਕਿਰਪਾਲ ਚੰਦ ਵੱਖਰਾ ਹੋ ਕੇ ਬੈਠਿਆ, ਭੀਮ ਚੰਦ ਕੇ ਸੰਗ ਵਿਚਾਰੋ। ਤੇ ਉਹਨੇ ਭੀਮ ਚੰਦ ਦੇ ਨਾਲ ਮੰਤਰ ਕੀਤਾ, ਸਲਾਹ ਕੀਤੀ। ਕਿਰਪਾਲ ਚੰਦ ਕਟੋਚੀਏ ਨੇ ਔਰ ਭੀਮ ਚੰਦ ਦੋਵਾਂ ਨੇ ਮਸ਼ਵਰਾ ਕੀਤਾ। ਐਸ ਘਾਤ ਫਿਰ ਹੱਥ ਨ ਐਹ। ਆਪਸ ਵਿੱਚ ਦੋਵੇਂ ਪਾਪੀ, ਭੀਮ ਚੰਦ ਵੀ ਮਨ ਦਾ ਖੋਟਾ ਸੀ, ਜਦੋਂ ਲੋੜ ਪੈਂਦੀ ਸੀ ਉਦੋਂ ਗੁਰੂ ਕਿਆਂ ਨੂੰ ਆਪਣੇ ਨਾਲ ਰਲਾ ਲੈਂਦਾ ਸੀ, ਤੇ ਜਦੋਂ ਕੰਮ ਨਿਕਲ ਜਾਂਦਾ ਸੀ ਗੁਰੂ ਘਰ ਦਾ ਵਿਰੋਧੀ ਬਣ ਜਾਂਦਾ ਸੀ। ਤੇ ਕਿਰਪਾਲ ਚੰਦ ਕਟੋਚੀਆ ਪਹਾੜ ਦੇ 22 ਧਾਰ ਰਾਜਿਆਂ ਵਿੱਚੋਂ ਸਭ ਤੋਂ ਸ਼ਰਾਰਤੀ ਕਿਸਮ ਦਾ ਬੰਦਾ ਸੀ। ਜਿੰਨੀਆਂ ਲੜਾਈਆਂ ਕਰਾਂਦਾ ਸੀ ਇਹੀ ਕਰਵਾਇਆ ਕਰਦਾ ਸੀ। ਕਿਰਪਾਲ ਚੰਦ ਕਟੋਚੀਆ ਤੇ ਭੀਮ ਚੰਦ ਆਪਸ 'ਚ ਗੱਲਾਂ ਕਰਦੇ ਨੇ, ਐਸ ਘਾਤ ਫਿਰ ਹਾਥ ਨਾ ਐਹ। ਇਹ ਪਾਵਨ ਪੰਕਤੀ ਬਚਿੱਤਰ ਨਾਟਕ ਵਿੱਚ 10ਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਕਵੀ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਵਜੋਂ ਇੱਥੇ ਆਪਣੇ ਮਹਾਕਾਵ ਗੁਰਪ੍ਰਤਾਪ ਸੂਰਜ ਵਿੱਚ ਲਿਖ ਰਹੇ ਨੇ। ਪੰਕਤੀ ਇਹ 10ਵੇਂ ਪਾਤਸ਼ਾਹ ਦੀ ਲਿਖੀ ਹੋਈ ਹੈ ਕਿ ਐਸ ਘਾਤ ਫਿਰ ਹਾਥ ਨਾ ਹੈ। ਇਹੋ ਜਿਹਾ ਮੌਕਾ ਮੁੜ ਕੇ ਸਾਡੇ ਹੱਥ ਨਹੀਂ ਆਉਣਾ। ਸਭ ਹੂੰ ਫੇਰ ਸਮੋ ਛਲ ਜਹ। ਇਹ ਪੰਕਤੀ ਵੀ 10ਵੇਂ ਪਾਤਸ਼ਾਹ ਜੀ ਦੀ ਲਿਖੀ ਹੋਈ ਹੈ ਕਿ ਜੇ ਇਹ ਸਾਰਾ ਸਮਾਂ ਸਾਡੇ ਹੱਥੋਂ ਨਿਕਲ ਗਿਆ, ਅੱਜ ਦਾ ਮੌਕਾ ਆਪਾਂ ਨਾ ਸੰਭਾਲਿਆ, ਤੇ ਫਿਰ ਗੋਪਾਲ ਚੰਦ ਸਾਡੇ ਕਾਬੂ ਨਹੀਂ ਆਵੇਗਾ। ਗੋਪਾਲੈ ਸੋ ਅਬੈ ਗਹਿ ਲੀਜੈ। ਇਹ ਪੰਕਤੀ ਵੀ 10ਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਲਿਖੀ ਹੈ ਕਵੀ ਜੀ ਨੇ। ਕਹਿੰਦੇ ਗੋਪਾਲੈ ਸਹਿ ਗੋਪਾਲ ਚੰਦ ਰਾਜੇ ਨੂੰ ਹੁਣੇ ਹੀ ਕੈਦ ਕਰ ਲਈਏ, ਹੁਣੇ ਹੀ ਆਪਣੇ ਕਾਬੂ ਕਰ ਲਈਏ। ਕੈਦ ਕੀਜੀਐ ਕਹਿ ਬਦ ਕੀਜੈ। ਕੈਦ ਕੀਜੀਏ, ਜਾਂ ਇਹਨੂੰ ਕੈਦ ਕਰ ਲਈਏ ਤੇ ਜਾਂ ਇਹਦਾ ਵੱਧ ਕਰ ਦਈਏ। ਗੋਪਾਲੈ ਸੋ ਅਬੈ ਗਹਿ ਲੀਜੈ, ਕੈਦ ਕੀਜੀਏ ਕਹਿ ਬਦ ਕੀਜੈ। ਇਹ ਜਦੋਂ ਪੰਕਤੀਆਂ ਸਾਰੀਆਂ ਹੀ ਮਹਾਰਾਜ 10ਵੇਂ ਪਾਤਸ਼ਾਹ ਦੀਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਕੋਟ ਕੀਤੀਆਂ ਨੇ। ਬਚਿੱਤਰ ਨਾਟਕ ਦੀ ਕਥਾ ਵਿੱਚ ਵੀ ਆਪ ਜੀ ਸੁਣ ਸਕਦੇ ਹੋ। ਇਹ ਪੰਕਤੀਆਂ ਇਸੇ ਤਰ੍ਹਾਂ ਆਉਂਦੀਆਂ ਹਨ। ਕਹਿੰਦੇ ਹੁਣ ਮੌਕਾ ਹੈ, ਗੋਪਾਲ ਚੰਦ ਨੂੰ ਆਪਾਂ ਕੈਦ ਕਰ ਲਈਏ
ਜਾਂ ਇਹਦਾ ਕਤਲ ਕਰ ਦਈਏ, ਇਹਨੂੰ ਮਾਰ ਦਈਏ। ਤਿਨ ਸੁਧ ਜਬੈ ਤਨਕ ਸੁਨ ਪਾਈ। ਇਹ ਕਿਰਪਾਲ ਚੰਦ ਕਟੋਚੀਆ ਤੇ ਭੀਮ ਚੰਦ ਦੋਵੇਂ ਜਦੋਂ ਇਹ ਛੜਯੰਤਰ ਰਚ ਰਹੇ ਸਨ, ਇਹਦਾ ਪਤਾ ਗੋਪਾਲ ਚੰਦ ਨੂੰ ਲੱਗ ਗਿਆ। ਨਿਜ ਦਲ ਵਿਖੈ ਗਇਓ ਨਿਰਪਤਾਈ। ਉਹ ਦੌੜ ਕੇ ਆਪਣੇ ਦਲ ਵਿੱਚ ਚਲਾ ਗਿਆ। ਉਹਨੇ ਵੇਖਿਆ ਕਿ ਦੁਸ਼ਮਣ ਦੇ ਘੇਰੇ ਚੋਂ ਨਿਕਲਣਾ ਹੀ ਚੰਗਾ ਹੈ, ਦੁਸ਼ਮਣ ਮੇਰੀ ਜਾਨ ਦੇ ਮਗਰ ਪਏ ਨੇ, ਭੀਮ ਚੰਦ ਤੇ ਕਿਰਪਾਲ ਚੰਦ ਮੈਨੂੰ ਮਾਰਨਾ ਚਾਹੁੰਦੇ ਨੇ। ਇਹ ਵਿਚਾਰ ਕੇ ਬੜੀ ਫੁਰਤੀ ਨਾਲ ਗੋਪਾਲ ਚੰਦ ਦੌੜ ਕੇ ਆਪਣੇ ਦਲ ਵਿੱਚ ਪਹੁੰਚ ਗਿਆ। ਲਖਿਓ ਕਿਰਪਾਲ ਭਾਜ ਇਹ ਚਾਲਾ। ਕਹਿੰਦੇ ਜਦੋਂ ਕਿਰਪਾਲ ਚੰਦ ਕਟੋਚੀਏ ਨੇ ਵੇਖਿਆ ਬਈ ਗੋਪਾਲ ਚੰਦ ਤੇ ਨਿਕਲ ਚੱਲਿਆ ਸਾਡੇ ਘੇਰੇ ਵਿੱਚੋਂ, ਕਪਿਓ ਹਿੰਮਤ ਸਹਿਤ ਵਿਸਾਲਾ। ਹਿੰਮਤ ਤੇ ਕਿੰਮਤ ਨਾਮ ਦੇ ਦੋ ਯੋਧੇ ਰਾਜਪੂਤ ਪਹਾੜੀਏ, ਉਹਨਾਂ ਨੂੰ ਲੈ ਕੇ ਕਿਰਪਾਲ ਚੰਦ ਨੇ ਹਮਲਾ ਕਰ ਦਿੱਤਾ। ਖਾਨ ਹੁਸੈਨ ਕਾਲ ਗਮਸਾਨਾ। ਤੇ ਕਹਿੰਦੇ ਹੁਸੈਨ ਖਾਨ ਨੇ ਵੀ ਲੜਾਈ ਸ਼ੁਰੂ ਕਰ ਦਿੱਤੀ ਗੋਪਾਲ ਚੰਦ ਦੀ ਫੌਜ ਦੇ ਨਾਲ। ਲਰੇ ਸਰਬ ਹੀ ਬਜੇ ਨਿਸ਼ਾਨਾ। ਕਹਿੰਦੇ ਉਸ ਵੇਲੇ ਜਦੋਂ ਗੋਪਾਲ ਚੰਦ ਦੌੜ ਕੇ ਆਪਣੀ ਫੌਜ ਵੱਲ ਜਾ ਰਿਹਾ ਸੀ, ਉਸ ਵੇਲੇ ਕਿਰਪਾਲ ਚੰਦ ਨੇ ਹਿੰਮਤ ਤੇ ਕਿੰਮਤ ਨੂੰ ਨਾਲ ਲੈ ਕੇ ਔਰ ਹੁਸੈਨੀ ਨੂੰ ਨਾਲ ਲੈ ਕੇ ਹਮਲਾ ਬੋਲ ਦਿੱਤਾ ਤੇ ਪਲੋ ਪਲੀ ਮਿੰਟੋ ਮਿੰਟੀ ਲੜਾਈ ਛਿੜ ਗਈ। ਇਤ ਨਿਰਪਤ ਹੋਏ ਜਸਪਾਲ ਗੋਪਾਲ। ਇਧਰ ਰਾਜਾ ਗੋਪਾਲ ਚੰਦ ਗੁਲੇਰੀਆ ਤੇ ਰਾਜਾ ਰਾਮ ਸਿੰਘ ਜਸਵਾਲੀਆ, ਇਹ ਦੋ ਰਾਜੇ ਇੱਕ ਪਾਸੇ ਸਨ ਤੇ ਭੀਮ ਚੰਦ, ਕਿਰਪਾਲ ਚੰਦ ਤੇ ਹੁਸੈਨੀ ਦੂਜੇ ਪਾਸੇ ਸਨ। ਇਹਨਾਂ ਦੋਵਾਂ ਧੜਿਆਂ ਦੀ ਲੜਾਈ ਸ਼ੁਰੂ ਹੋ ਗਈ। ਸਨਮੁਖ ਲੋਹਾ ਲੀਨ ਕਰਾਲ। ਗੋਪਾਲ ਚੰਦ ਤੇ ਰਾਮ ਸਿੰਘ ਨੇ ਬੜੀ ਬਹਾਦਰੀ ਨਾਲ ਹੁਸੈਨੀ ਤੇ ਭੀਮ ਚੰਦ ਤੇ ਕਿਰਪਾਲ ਚੰਦ ਦੀ ਫੌਜ ਦਾ ਮੁਕਾਬਲਾ ਸ਼ੁਰੂ ਕੀਤਾ। ਤਿੰਨ ਹੋ ਇੱਕ ਖਾਨ ਹੁਸੈਨ। ਉਧਰ ਤਿੰਨ ਸਨ, ਇੱਧਰ ਦੋ ਸਨ। ਇੱਕ ਤਾਂ ਹੁਸੈਨ ਖਾਨ ਸੀ ਜਿਹੜਾ ਕਿ ਪਠਾਨ ਦਿਲਾਵਰ ਖਾਨ ਦਾ ਗੁਲਾਮ। ਇਹ ਬੀੜਾ ਉਠਾ ਕੇ ਤੁਰਿਆ ਸੀ ਕਿ ਪਹਿਲਾਂ ਮੈਂ 22 ਧਾਰ ਦੇ ਰਾਜਿਆਂ ਨੂੰ ਆਪਣੇ ਨਾਲ ਮਿਲਾਵਾਂਗਾ, ਇਹਨਾਂ ਕੋਲੋਂ ਟੈਕਸ ਲਵਾਂਗਾ, ਇਹਨਾਂ ਕੋਲੋਂ ਮਾਇਆ ਲਵਾਂਗਾ, ਇਹਨਾਂ ਕੋਲੋਂ ਫੌਜ ਤੇ ਹਥਿਆਰ ਇਕੱਠੇ ਕਰਾਂਗਾ ਤੇ ਫਿਰ ਮੈਂ ਗੁਰੂ ਗੋਬਿੰਦ ਸਿੰਘ ਨੂੰ ਵੇਖਾਂਗਾ। ਉਹ ਜਿਹੜਾ ਹੁਸੈਨੀ ਸੀ ਉਹ ਮੇਨ ਸੀ ਇਸ ਲੜਾਈ ਦਾ ਹੀਰੋ। ਉਹ ਅੱਗੇ ਹੋ ਕੇ ਗੋਪਾਲ ਚੰਦ ਦੇ ਖਿਲਾਫ ਲੜ ਰਿਹਾ ਹੈ। ਭੀਮ ਚੰਦ ਦੂਸਰ ਬੜ ਸੈਨ। ਤੇ ਦੂਜੀ ਫੌਜ ਉਹਦੇ ਨਾਲ ਰਲ ਗਈ ਹੈ ਰਾਜਾ ਭੀਮ ਚੰਦ ਕਹਿਲੂਰੀਏ ਦੀ। ਤ੍ਰਿਤੀਆ ਬੜੋ ਕਿਰਪਾਲ ਕਟੋਚ। ਤੇ ਤੀਜਾ ਕਾਂਗੜੇ ਦਾ ਰਾਜਾ ਵੱਡਾ ਕਿਰਪਾਲ ਚੰਦ ਕਟੋਚੀਆ ਵੀ ਨਾਲ ਹੈ। ਬਰਛੀ ਗੁਲਕਾਂ ਬੰਨਨ ਮੋਚ। ਬਰਛੀਆਂ ਬਰਛੇ ਨੇਜੇ ਚੱਲ ਪਏ ਹਨ, ਤੀਰਾਂ ਤੇ ਗੋਲੀਆਂ ਦਾ ਮੀਂਹ ਵਰਨ ਲੱਗਾ ਹੈ। ਬੜੀ ਘਮਸਾਨ ਦੀ ਲੜਾਈ ਗੁਲੇਰ ਦੇ ਇਲਾਕੇ 'ਚ ਹੋ ਰਹੀ ਹੈ। ਤਾਰਨ ਜੰਗ ਪਇਓ ਇਨ ਕੇਰਾ। ਕਹਿੰਦੇ ਇਹਨਾਂ ਦਾ ਬੜਾ ਭਿਆਨਕ ਜੰਗ ਮਚਿਆ ਹੈ। ਕਾਰ ਚੋਲ ਚਮਕੇ ਤਸਬੇਰਾ। ਕਰਾ ਚੌਲ, ਚਾਰ ਚਾਰ ਉਂਗਲ ਚੌੜੇ ਤੇਗੇ ਨੂੰ ਕਰਾ ਚੌਲ ਕਹਿੰਦੇ ਆ। ਵਹ ਤੇਗੇ ਲਿਸ਼ਕਦੇ, ਖੰਡੇ ਲਿਸ਼ਕਦੇ ਹਨ। ਹੱਥਾਂ ਵੱਥ ਮਿਲ ਗਏ ਇੱਕ ਵਾਰੀ। ਲਸ਼ਕਣ ਤੇਗਾਂ ਬਰਛੀਆਂ ਸੂਰਜ ਨਜ਼ਰ ਨਾ ਪਾਏ। ਕਹਿੰਦੇ ਇੰਨੇ ਸ਼ਸਤਰ ਚਮਕੇ ਹਨ, ਸੂਰਜ ਦੀ ਚਮਕ ਮੱਧਮ ਪੈ ਗਈ ਹੈ। ਬੜਾ ਘਮਸਾਨ ਦਾ ਜੰਗ ਮਚਿਆ। ਹੱਥਾਂ ਵੱਥ ਢਾਲਾਂ ਤਲਵਾਰਾਂ ਖੜਕਣ ਲੱਗੀਆਂ ਹਨ। ਮਰੇ ਛਿਨਕ ਮੈਂ ਗਨ ਪਟ ਭਾਰੀ। ਬੜੇ ਬੜੇ ਸੂਰਮੇ ਯੋਧੇ ਛਿਨ ਵਿੱਚ ਹੀ ਪਲ ਵਿੱਚ ਹੀ ਮਾਰੇ ਗਏ ਨੇ। ਮਿੰਟੋ ਮਿੰਟੀ ਲੜਾਈ ਅਚਾਨਕ ਹੀ ਸ਼ੁਰੂ ਹੋ ਗਈ ਹੈ। ਪਤਾ ਨਹੀਂ ਲੱਗਾ ਕਿਹੜੇ ਵੇਲੇ ਲਹੂ ਲੁਹਾਨ ਹੋ ਗਈ ਹੈ ਧਰਤੀ। ਸਭ ਰਣ ਗੁਰ ਗੋਬਿੰਦ ਸਿੰਘ ਕਹਿਓ। ਕਹਿੰਦੇ ਇਹ ਸਾਰੀ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਕਹੀ ਹੈ। ਬੀਚ ਬਚਿੱਤਰ ਨਾਟਕੇ ਲਹਿਓ। ਬਚਿੱਤਰ ਨਾਟਕ ਵਿੱਚ ਖਾਲਸਾ ਜੀ ਪੜ੍ਹ ਸਕਦੇ ਹੋ। ਦੇਖੋ ਸਾਧ ਸੰਗਤ ਜੀ, ਅੱਜ ਕੱਲ੍ਹ ਸ਼ੰਕਾਬਾਦੀਆਂ ਨੇ ਗੁਰੂ ਕੇ ਸਿੱਖਾਂ ਦੇ ਨਿਸ਼ਚੇ ਕਿੰਨੇ ਤੋੜ ਦਿੱਤੇ ਕਿ ਦਸਮ ਪਾਤਸ਼ਾਹ ਦੀ ਬਾਣੀ ਤੋਂ ਖਾਲਸੇ ਪੰਥ ਨੂੰ ਬੇਮੁਖ ਕਰ ਦਿੱਤਾ। ਪਰ ਸਾਡੇ ਪੁਰਾਣੇ ਸਾਰੇ ਸਰੋਤ ਸਟੈਪ ਬਾਈ ਸਟੈਪ ਮੰਨਦੇ ਆ ਰਹੇ ਨੇ ਕਿ ਇਹ ਬਾਣੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਹੈ। ਬਚਿੱਤਰ ਨਾਟਕ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੋਇਆਨੋ। ਇਹ ਜਿਹੜਾ ਮਹਾਰਾਜ ਨੇ ਆਪਣਾ ਇਤਿਹਾਸ ਲਿਖਿਆ, ਭਾਈ ਸੰਤੋਖ ਸਿੰਘ ਜੀ ਲਿਖਦੇ, ਗੁਰੂ ਸਾਹਿਬ ਨੇ ਆਪ ਲਿਖਿਆ। ਭਾਈ ਸੰਤੋਖ ਸਿੰਘ ਜੀ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲਗਭਗ 100 ਸਾਲ ਬਾਅਦ ਇਹ ਗ੍ਰੰਥ ਪੂਰਨ ਕੀਤਾ ਹੈ। ਤੇ ਸਾਧ ਸੰਗਤ ਜੀ, ਉਸ ਤੋਂ ਪਹਿਲੇ ਜਿਹੜੇ ਗ੍ਰੰਥ ਨੇ ਭਾਈ ਸੁੱਖਾ ਸਿੰਘ ਜੀ ਦੇ ਗੁਰਬਿਲਾਸ, ਬਾਬਾ ਸਰੂਪਦਾਸ ਜੀ ਭੱਲੇ ਦਾ ਮਹਿਮਾ ਪ੍ਰਕਾਸ਼, ਕੇਸਰ ਸਿੰਘ ਦਾ ਬੰਸਾਵਲੀ ਨਾਮਾ, ਸੇਵਾਦਾਸ ਦੀਆਂ ਪਰਚੀਆਂ, 100 ਸਾਖੀ, ਗੁਰਬਿਲਾਸ ਭਾਈ ਕੋਹਰ ਸਿੰਘ ਦਾ, ਇਹ ਜਿਹੜੇ ਭਾਈ ਸੰਤੋਖ ਸਿੰਘ ਤੋਂ ਪਹਿਲਾਂ 100 ਸਾਲ 'ਚ ਗ੍ਰੰਥ ਲਿਖੇ ਨੇ, ਉਹਨਾਂ ਸਾਰਿਆਂ ਗ੍ਰੰਥਾਂ ਨੇ ਵੀ ਮੰਨਿਆ ਹੈ ਕਿ ਇਹ ਸਾਰੀ ਬਾਣੀ 10ਵੇਂ ਪਾਤਸ਼ਾਹ ਦੀ ਹੈ। ਬਚਿੱਤਰ ਨਾਟਕ ਜਿਹਦੇ 'ਚ ਆਪਣੀ ਕਥਾ ਲਿਖੀ ਹੈ ਤੇ ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਹੁਸੈਨੀ ਵਾਲਾ ਯੁੱਧ ਹੈ ਇਹਦਾ ਖਾਸ ਕਰਕੇ ਵਰਣਨ ਕੀਤਾ ਹੈ। ਕਵੀ ਜੀ ਕਹਿੰਦੇ, ਸ੍ਰੀ ਗੁਰੂ ਗੋਬਿੰਦ ਸਿੰਘ ਸਭ ਰਣ ਗੁਰੂ ਗੋਬਿੰਦ ਸਿੰਘ ਕਹਿਓ, ਬੀਜ ਬਚਿੱਤਰ ਨਾਟਕੇ ਲਿਓ। ਬਚਿੱਤਰ ਨਾਟਕ ਦੇ ਵਿੱਚ ਗੁਰੂ ਮਹਾਰਾਜ ਨੇ ਆਪ ਲਿਖੀ ਹੈ ਇਹ ਕਥਾ। ਸਬਦ ਸੋਰਨ ਸਹਿਤ ਸੋਲਰਿਓ, ਕਹਿੰਦੇ ਉੱਥੇ ਸੰਗਤੀਆ ਸਿੰਘ 7 ਸਿੱਖਾਂ ਸਮੇਤ ਲੜਿਆ ਸੀ ਹੁਸੈਨੀ ਦੀ ਫੌਜ ਦੇ ਨਾਲ। ਸੰਗਤੀਆ ਸਿੰਘ ਰਣ ਮੈਂ ਮਰਿਓ, ਤੇ ਸੰਗਤੀਆ ਸਿੰਘ ਰਾਜਾ ਗੋਪਾਲ ਚੰਦ ਗੁਲੇਰੀਏ ਦੀ ਮਦਦ ਕਰਦਾ ਹੋਇਆ ਭੀਮ ਚੰਦ, ਕਿਰਪਾਲ ਚੰਦ ਤੇ ਹੁਸੈਨੀ ਦੇ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ। ਜੰਗ ਹੁਸੈਨੀ ਕਾਲਿਓ ਕਨੋ, ਹੁਸੈਨੀ ਨੇ ਬੜਾ ਘਮਸਾਨ ਦਾ ਜੰਗ ਮਚਾਇਆ ਕਿਉਂਕਿ ਹੁਸੈਨੀ ਕੋਲ 2000 ਤਾਂ ਪਠਾਣਾ ਦੀ ਫੌਜ ਸੀ ਤੇ ਬਾਕੀ ਉਹਨੇ ਰਾਜਾ ਭੀਮ ਚੰਦ ਤੇ ਕਿਰਪਾਲ ਚੰਦ ਦੀ ਫੌਜ ਵੀ ਆਪਣੇ ਨਾਲ ਲਾ ਲਈ ਸੀ। ਹੋਰ ਵੀ 22 ਧਾਰ ਦੇ ਕਈ ਰਾਜੇ ਆਪਣੇ ਨਾਲ ਗੰਢੇ ਹੋਏ ਸਨ, ਜਿਸ ਕਰਕੇ ਉਹਨੂੰ ਆਪਣੀ ਤਾਕਤ ਤੇ ਬੜਾ ਮਾਣ ਸੀ ਤੇ ਉਹਦਾ ਪਲੜਾ ਭਾਰੀ ਸੀ। ਪਰ ਦੂਜੇ ਪਾਸੇ ਰਾਜਾ ਗੋਪਾਲ ਚੰਦ ਗੁਲੇਰੀਆ ਤੇ ਰਾਮ ਸਿੰਘ ਜਸਵਾਲੀਆ ਵੱਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੇਜੇ ਹੋਏ 7 ਸਿੰਘ ਸਨ। 7 ਸਿੰਘ ਤੇ 8ਵਾਂ ਸੰਗਤੀਆ ਸਿੰਘ ਉਹਨਾਂ ਦਾ ਜਥੇਦਾਰ ਸੀ। ਉਸ ਵੇਲੇ ਉੱਥੇ 7-8 ਗੁਰੂ ਕੇ ਸਿੱਖ ਸਾਧ ਸੰਗਤ ਜੀ ਹਜ਼ਾਰਾਂ ਫੌਜਾਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਹਨ। ਦਰਦ ਵਿਸਾਲ ਕਹਾਂ ਹੀ ਹਨੋ, ਕਹਿੰਦੇ ਬੜਾ ਘਮਸਾਨ ਦਾ ਯੁੱਧ ਮਚਿਆ ਹੈ। ਉਸ ਘਮਸਾਨ ਦੇ ਯੁੱਧ ਦੇ ਵਿੱਚ ਹੁਸੈਨੀ ਵੀ ਮਾਰਿਆ ਗਿਆ। ਹੁਸੈਨੀ ਜਿਹੜਾ ਕਿ ਬੜਾ ਹੰਕਾਰੀ ਸੀ, ਗੁਲਾਮ ਸੀ ਦਿਲਾਵਰ ਖਾਂ ਦਾ ਤੇ ਆਪਣੇ ਵਰਗਾ ਕਿਸੇ ਨੂੰ ਸਮਝਦਾ ਨਹੀਂ ਸੀ। ਮਹਾਰਾਜ ਨੇ ਲਿਖਿਆ ਹੈ ਬਚਿੱਤਰ ਨਾਟਕ ਵਿੱਚ, ਜੈਸੇ ਰੱਬ ਕੇ ਤੇਜ ਤੇ ਰੇਤ ਅਧਿਕ ਤਪਤਾਏ। ਕਹਿੰਦੇ ਸੂਰਜ ਦੀ ਗਰਮੀ ਨਾਲ ਰੇਤਾ ਗਰਮ ਹੋ ਜਾਂਦਾ ਹੈ। ਰੱਬ ਬਲ ਸ਼ੁਦਰ ਨਾ ਜਾਣੀ ਆਪਨ ਹੀ ਗਰਬਾਏ। ਤੇ ਉਹ ਰੇਤਾ ਮੁੱਛਾਂ ਨੂੰ ਵੱਟ ਦਿੰਦਾ ਫਿਰਦਾ ਵੀ ਮੈਂ ਗਰਮ ਆ। ਕਹਿੰਦੇ ਉਹਨੂੰ ਪੁੱਛੇ ਗਰਮੀ ਤੇ ਤੇਰੇ ਸੂਰਜ ਦੀ ਹੈ, ਤੇਰੀ ਕਾਹਦੀ ਗਰਮੀ ਹੈ? ਤੂੰ ਤੇ ਰਾਤ ਨੂੰ ਬਰਫ਼ ਵਰਗਾ ਠੰਡਾ ਹੋ ਜਾਣਾ, ਦਿਨੇ ਤੂੰ ਤੱਤਾ ਹੋ ਜਾਣਾ। ਇਸੇ ਤਰ੍ਹਾਂ ਹੁਸੈਨੀ ਤਾਕਤ ਤਾਂ ਲਈ ਫਿਰਦਾ ਸੀ ਔਰੰਗਜ਼ੇਬ ਦੀ, ਫੌਜਾਂ ਦੇ ਸਰਕਾਰੀ ਸੀ ਉਹਦੇ ਕੋਲ ਤੇ ਆਪਣੇ ਮਾਲਕ ਦਿਲਾਵਰ ਖਾਂ ਦਾ ਹੁਕਮ ਲੈ ਕੇ ਆਇਆ ਸੀ। ਆਪਣੇ ਆਪ ਜਾਖੜਿਆ ਫਿਰਦਾ ਸੀ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਹੀ ਬਾਦਸ਼ਾਹ ਬਣਿਆ ਫਿਰਦਾ। ਹਰ ਇੱਕ ਨੂੰ ਧਮਕੀ ਦਿੰਦਾ ਸੀ, ਹਰ ਇੱਕ ਤੋਂ ਟੈਕਸ ਮੰਗਦਾ ਸੀ, ਹਰ ਇੱਕ ਨੂੰ ਓਏ ਓਏ ਕਰਕੇ ਬੋਲਦਾ ਸੀ। 22 ਧਾਰ ਦੇ ਰਾਜਿਆਂ ਨੂੰ ਅੱਗੇ ਲਾਈ ਫਿਰਦਾ ਸੀ। ਇੱਥੋਂ ਤੱਕ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਸੰਤ ਵੀ ਗੁਰੂ ਮਹਾਰਾਜ ਨੂੰ ਕਹਿਣ ਲੱਗ ਪਏ ਸਨ ਵੀ ਮਹਾਰਾਜ ਇਹਦੇ ਨਾਲ ਨਾ ਲੜਿਆ ਜੇ, ਇਹਦੇ ਨਾਲ ਸੁਲ੍ਹਾ ਕਰ ਲਿਆ ਜੇ, ਇਹਨੂੰ ਮਾੜੀ ਮੋਟੀ ਮਾਇਆ ਦੇ ਕੇ ਤੇ ਇਹਦੇ ਨਾਲ ਆਪਾਂ ਸੰਧੀ ਕਰ ਲਈਏ। ਪਰ ਸਤਿਗੁਰੂ ਕਹਿਣ ਲੱਗੇ, ਕਹਿੰਦੇ ਅਸੀਂ ਤਾਂ ਇਹਨਾਂ ਦੇ ਦੰਦ ਖੱਟੇ ਕਰਨ ਲਈ ਪੈਦਾ ਹੋਏ ਹਾਂ, ਇਹਨਾਂ ਦੀ ਜੜ ਪੁੱਟਣ ਲਈ। ਇਸ ਕਰਕੇ ਸਾਡੀ ਕਿਸੇ ਨਾਲ ਸੁਲ੍ਹਾ ਨਹੀਂ ਹੋਣੀ। ਰਾਜੇ ਕਰਦੇ ਨੇ ਕਰੀ ਜਾਣ, ਅਸੀਂ ਤਾਂ ਜੰਗ ਦੇ ਮੈਦਾਨ ਵਿੱਚ ਹੀ ਗੱਲਬਾਤ ਕਰਾਂਗੇ। ਸੋ 10ਵੇਂ ਪਾਤਸ਼ਾਹ ਮਹਾਰਾਜ ਨਹੀਂ ਡਰੇ ਇਸ ਤੋਂ ਤੇ ਮਹਾਰਾਜ ਨੇ ਵੀ ਬਚਨ ਕਰਤਾ ਵੀ ਖਾਲਸਾ ਜੀ ਤੁਹਾਨੂੰ ਡਰਨ ਦੀ ਲੋੜ ਨਹੀਂ, ਹੁਸੈਨੀ ਨੇ ਆਨੰਦਪੁਰ ਪਹੁੰਚਣਾ ਹੀ ਨਹੀਂ। ਪਰਮੇਸ਼ਰ ਰਸਤੇ ਵਿੱਚ ਹੀ ਬਾਣੀ 'ਚ ਮਹਾਰਾਜ ਲਿਖਦੇ ਨੇ, ਕਾਲ ਤਿੰਨੋਂ ਕੇ ਗ੍ਰਹਿ ਵਿਖੇ ਡਾਰੀ ਕਲੈ ਬਣਾਏ। ਕਹਿੰਦੇ ਕਾਲ ਨੇ ਉਹਨਾਂ ਦੇ ਘਰ ਵਿੱਚ ਹੀ ਅੱਗ ਬਾਲ ਦਿੱਤੀ, ਆਪੇ ਹੀ ਸੜ ਕੇ ਮਰ ਗਏ। ਹੁਸੈਨੀ ਜਿਹੜਾ ਸੀ ਉੱਥੇ ਜੰਗ ਦੇ ਵਿੱਚ ਗੋਪਾਲ ਚੰਦ ਦੇ ਨਾਲ ਲੜਦਾ ਹੋਇਆ ਮਾਰਿਆ ਗਿਆ। ਬਲੀ ਕਿਰਪਾਲ, ਫਿਰ ਇਹਨਾਂ ਵਿੱਚ ਹੋਰ ਬੜਾ ਬਲੀ ਯੋਧਾ ਸੀ ਹੁਸੈਨੀ ਦਾ ਸਾਥੀ ਰਾਜਾ ਕਿਰਪਾਲ ਚੰਦ, ਕਾਂਗੜੇ ਦਾ ਰਾਜਾ, ਕਟੋਚੀਆ ਰਾਜਾ। ਇਹਨੇ ਬੜੇ ਬੜੇ ਜੰਗ ਲੜੇ ਸਨ। ਇੱਕ ਤਾਂ ਇਹ ਸ਼ਰਾਰਤੀ ਕਿਸਮ ਦਾ ਬੰਦਾ ਸੀ, ਇੱਕ ਲੜਾਕਾ ਵੀ ਬੜਾ ਸੀ ਤੇ ਇਹਨੇ ਬੜੀ ਭਾਰੀ ਫੌਜ ਨਾਲ ਰਾਜਾ ਗੋਪਾਲ ਚੰਦ ਦੇ ਵਿਰੁੱਧ
ਆਪਣਾ ਪੁਰਸ਼ਾਰਥ ਕੀਤਾ ਸੀ। ਸੋ ਬੀਮਾਰ ਲੀਨ ਰਣ ਮਾਹੀ, ਉਹ ਵੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਮਾਰ ਲਿਆ। ਕਟਿਓ ਕਿਰਪਾਨ ਸੰਗ ਸਿਰ ਜਾਹੀ, ਕਿਰਪਾਲ ਚੰਦ ਕਟੋਚੀਏ ਦਾ ਸਿਰ ਤਲਵਾਰ ਨਾਲ ਕਿਸੇ ਸੂਰਮੇ ਨੇ ਲਾ ਦਿੱਤਾ। ਕਹਿੰਦੇ ਐਸਾ ਘਮਸਾਣ ਦਾ ਯੁੱਧ ਮਚਿਆ ਕਿ ਰਾਜਾ ਕਿਰਪਾਲ ਚੰਦ ਆਪਣੇ ਸਿਰ ਤੋਂ ਹੱਥ ਧੋ ਬੈਠਾ, ਭਾਵ ਉਹਦਾ ਸਿਰ ਕੱਟਿਆ ਗਿਆ। ਹਿੰਮਤ ਕਿੰਮਤ ਸਹਿਤ ਸੰਘਾਰਾ, ਹਿੰਮਤ ਕੀਮਤ ਤੇ ਰਾਜਪੂਤ ਪਹਾੜੀਏ ਦੋ ਜਰਨੈਲ ਸਨ, ਇਹ ਵੀ ਉੱਥੇ ਮਾਰੇ ਗਏ। ਤੀਨੋਂ ਜਬ ਮਾਰੇ ਸਰਦਾਰਾ, ਜਦੋਂ ਤਿੰਨੇ ਭਾਵ ਕਿਰਪਾਲ ਚੰਦ ਵੀ ਮਾਰਿਆ ਗਿਆ, ਹਿੰਮਤ ਵੀ ਮਾਰਿਆ ਗਿਆ ਤੇ ਕੀਮਤ ਵੀ ਮਾਰਿਆ ਗਿਆ। ਸਭ ਗੁਲੇਰੀਆ ਹੇਰ ਕਿਰਪਾਲ, ਕਹਿੰਦੇ ਗੁਲੇਰੀਏ ਨੇ ਵੇਖਿਆ ਵੀ ਕਿਰਪਾਲ ਚੰਦ ਮਾਰਿਆ ਗਿਆ ਹੈ। ਗੋਪਾਲ ਚੰਦ ਦਾ ਦੁਸ਼ਮਣ ਸੀ ਕਿਰਪਾਲ ਚੰਦ। ਇਹ ਸਾਧ ਸੰਗਤ ਜੀ ਨਾਮ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ। ਗੋਪਾਲ ਚੰਦ ਤੇ ਰਾਮ ਸਿੰਘ ਇੱਕ ਪਾਸੇ ਸਨ। ਗੁਰੂ ਮਹਾਰਾਜ 10ਵੇਂ ਪਾਤਸ਼ਾਹ ਤੋਂ ਇਹਨਾਂ ਨੇ ਮਦਦ ਮੰਗੀ ਸੀ। ਮਹਾਰਾਜ ਨੇ ਭਾਈ ਸੰਗਤੀਆ ਸਿੰਘ ਨੂੰ ਭੇਜਿਆ ਸੀ। ਦੂਜੇ ਪਾਸੇ ਜਿਹੜਾ ਦਿਲਾਵਰ ਖਾਂ ਦਾ ਗੁਲਾਮ ਹੁਸੈਨੀ ਤੇ ਉਹਦੀ ਮਦਦ ਤੇ ਕਿਰਪਾਲ ਚੰਦ ਕਟੋਚੀਆ ਤੇ ਭੀਮ ਚੰਦ ਕਹਿਲੂਰੀਆ ਸਨ। ਤੋ ਹੁਣ ਮਹਾਰਾਜ ਨੇ ਐਸੀ ਕਲਾ ਵਰਤਾਈ, ਐਸਾ ਘਮਸਾਣ ਦਾ ਜੰਗ ਉੱਥੇ ਹੀ ਮਚਿਆ। ਅਨੰਦਪੁਰ ਸਾਹਿਬ ਲੜਾਈ ਪਹੁੰਚੀ ਨਹੀਂ। ਰਸਤੇ ਵਿੱਚ ਹੀ ਮਹਾਰਾਜ ਨੇ ਨਿਬੇੜਾ ਕਰਤਾ ਕਿ ਹੁਸੈਨੀ ਵੀ ਮਾਰਿਆ ਗਿਆ, ਹਿੰਮਤ ਕੀਮਤ ਦੋਵੇਂ ਮਾਰੇ ਗਏ ਤੇ ਰਾਜਾ ਕਿਰਪਾਲ ਚੰਦ ਕਟੋਚੀਆ ਵੀ ਮਾਰਿਆ ਗਿਆ। ਜਦੋਂ ਗੋਪਾਲ ਚੰਦ ਨੇ ਵੇਖਿਆ ਵੀ ਮੇਰਾ ਵੱਡਾ ਦੁਸ਼ਮਣ ਮਾਰਿਆ ਗਿਆ ਹੈ, ਲੈ ਰਣ ਕੀਜੈ ਹਰਕ ਵਿਸਾਲ, ਕਹਿੰਦੇ ਉਸ ਵੇਲੇ ਰਾਜੇ ਗੋਪਾਲ ਚੰਦ ਨੇ ਖੁਸ਼ੀ ਦੇ ਜਕਾਰੇ ਗਜਾਣੇ ਸ਼ੁਰੂ ਕਰ ਦਿੱਤੇ। ਉਹਨੇ ਆਪਣੀ ਜਿੱਤ ਦੇ ਨਗਾਰੇ ਵਜਾਣੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹਨੂੰ ਫਤਿਹ ਮਿਲ ਗਈ। ਉਹਦੇ ਸਾਰੇ ਹੀ ਦੁਸ਼ਮਣ ਲਗਭਗ ਸਾਰੇ ਮਾਰੇ ਗਏ। ਬਜੇ ਫਤਿਹ ਕੇ ਊਚ ਨਗਾਰੇ, ਗੋਪਾਲ ਚੰਦ ਗੁਲੇਰੀਏ ਨੇ ਆਪਣੀ ਫੌਜ ਦੇ ਵਿੱਚ ਰਣਜੀਤ ਦੇ ਨਗਾਰੇ ਵਜਾ ਦਿੱਤੇ, ਫਤਿਹ ਦੇ ਨਗਾਰੇ ਵਜਾ ਦਿੱਤੇ। ਬਦਲ ਭਾਜ ਚਲਿਓ ਬਿਨ ਮਾਰੇ, ਕਹਿੰਦੇ ਦੁਸ਼ਮਣ ਦੀ ਫੌਜ ਬਿਨਾਂ ਮਾਰਿਆ ਹੀ ਮਾਰੀ ਗਈ। ਪਰਮੇਸ਼ਰ ਨੇ ਐਸੀ ਕਲਾ ਵਰਤਾਈ ਕਿ ਉਹ ਪਰਲੇ ਪਾਸੇ ਹੀ ਨਿਬੇੜਾ ਕਰਤਾ, ਅਨੰਦਪੁਰ ਸਾਹਿਬ ਤੱਕ ਆਉਣ ਹੀ ਨਹੀਂ ਦਿੱਤਾ। ਬਿਨ ਸਰਦਾਰ ਲੜੈ ਕੋ ਰਨ ਮੈਂ, ਮਹਾਰਾਜ 10ਵੇਂ ਪਾਤਸ਼ਾਹ ਦੀ ਬਾਣੀ 'ਚ ਪੰਕਤੀ ਆਉਂਦੀ ਹੈ, ਸਰਦਾਰ ਬਿਨਾ ਕਰੈ ਭੂਪ ਬਿਨਾ ਕਰੈ ਕੌਣ ਲੜਾਈ। ਕਹਿੰਦੇ ਭੂਪ ਤੋਂ ਬਿਨਾ, ਰਾਜੇ ਤੋਂ ਬਿਨਾ ਹੁਣ ਕੌਣ ਲੜੇ। ਜਦੋਂ ਕਿਰਪਾਲ ਚੰਦ ਵੀ ਮਾਰਿਆ ਗਿਆ, ਹੁਸੈਨੀ ਵੀ ਮਾਰਿਆ ਗਿਆ, ਹਿੰਮਤ ਕੀਮਤ ਦੋਵੇਂ ਮਾਰੇ ਗਏ ਤੇ ਹੁਣ ਲੜਨ ਵਾਲਾ ਕੋਈ ਜਰਨੈਲ ਰਿਹਾ ਨਹੀਂ ਤੇ ਫੌਜਾਂ ਜਿਹੜੀਆਂ ਸਨ ਉਹ ਹੁਸੈਨੀ ਦੀਆਂ ਮੈਦਾਨੇ ਜੰਗ ਚੋਂ ਭੱਜਣੀਆਂ ਸ਼ੁਰੂ ਹੋ ਗਈਆਂ। ਦਾਰੁਨ ਮਾਜੇ ਧੀਰ ਨਾ ਮਨ ਮੈਂ, ਕਹਿੰਦੇ ਡਰ ਗਏ। ਫਿਰ ਸਿਪਾਹੀ ਜਰਨੈਲ ਹੌਸਲੇ ਟੁੱਟ ਗਏ ਵੀ ਹੁਣ ਅਸੀਂ ਮਾਰੇ ਜਾਵਾਂਗੇ। ਭੱਜਣ ਦੀ ਕੀਤੀ ਆ ਫਿਰ ਇਹਨਾਂ ਨੇ। ਆਪ ਨੇ ਥਾਨ ਸਦਾਰੇ, ਤੇ ਫਿਰ ਆਪਣੀਆਂ ਜਾਨਾਂ ਲੈ ਕੇ ਜਿੱਧਰ ਮੂੰਹ ਆਇਆ ਆਪਣੇ ਪਿੰਡਾਂ ਸ਼ਹਿਰਾਂ ਨੂੰ ਦੌੜ ਗਏ ਹਨ ਪਠਾਨ। ਮਿਲਿਓ ਜੋ ਬਹੁ ਦਲ ਭਇਓ ਕਿਨਾਰੇ, ਕਹਿੰਦੇ ਜਿਹੜਾ ਬੜਾ ਦਲ ਇਕੱਠਾ ਹੋਇਆ ਸੀ ਹੁਸੈਨੀ ਦੀ ਪਠਾਣਾ ਦੀ 2000 ਫੌਜ ਸੀ, ਕਿਰਪਾਲ ਚੰਦ ਕਟੋਚੀਏ ਦੀ ਫੌਜ ਸੀ, ਰਾਜੇ ਭੀਮ ਚੰਦ ਦੀ ਫੌਜ ਸੀ ਤੇ ਹੋਰ ਵੀ ਕਈ ਛੋਟੇ ਮੋਟੇ ਮੀਏ ਰਾਣੇ ਇਹਨਾਂ ਨੇ ਇਕੱਠੇ ਕੀਤੇ ਹੋਏ ਸਨ। ਉਹ ਸਾਰੇ ਹੀ ਤਿੱਤਰ ਬਿੱਤਰ ਹੋ ਗਏ ਜਦੋਂ ਇਹਨਾਂ ਦੇ ਜਰਨੈਲ ਮਾਰੇ ਗਏ ਤੇ ਇਹਨਾਂ ਨੂੰ ਭੱਜਦਿਆਂ ਰਾਹ ਨਹੀਂ ਲੱਭਾ। ਸ੍ਰੀ ਸਤਿਗੁਰ ਪਰ ਰਿਪ ਜੜ ਆਇਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ 10ਵੇਂ ਪਾਤਸ਼ਾਹ ਉੱਤੇ ਫੌਜਾਂ ਚੜ੍ਹ ਕੇ ਆਈਆਂ ਸਨ, ਵੈਰੀ ਚੜ੍ਹ ਕੇ ਆਇਆ ਸੀ। ਚਾਹਤਪੁਰ ਆਨੰਦ ਛੁਰਵਾਇਓ, ਸ੍ਰੀ ਅਨੰਦਪੁਰ ਸਾਹਿਬ ਛਡਾਣਾ ਚਾਹੁੰਦੇ ਸੀ ਸਤਿਗੁਰਾਂ ਤੋਂ। ਲਸ਼ਕਰ ਘਨੋ ਬਟੋਰਤ ਆਨਿਓ, ਕਹਿੰਦੇ ਬੜਾ ਭਾਰੀ ਲਸ਼ਕਰ, ਬੜਾ ਭਾਰੀ ਦਲ ਜਿਹੜਾ ਇਹਨਾਂ ਨੇ ਇਕੱਠਾ ਕਰਕੇ ਲਿਆਂਦਾ ਸੀ। ਕਰਤਾ ਪੁਰਖ ਸੋ ਤਤ ਦਿਨ ਹਾਨਿਓ, ਕਰਤੇ ਪੁਰਖ ਨੇ ਸਾਰਾ ਹੀ ਖਤਮ ਕਰ ਦਿੱਤਾ। ਮਹਾਰਾਜ ਬਾਣੀ ਦੇ ਵਿੱਚ ਬਚਨ ਲਿਖਦੇ ਐ ਕਿ ਜੇ ਕੋ ਸਰ ਸੰਦੇ ਜਨ ਉਪਰ ਫਿਰ ਉਲਟੋ ਤਿਸੈ ਲਗਾਵੇਗੋ। ਜੇ ਕੋਈ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਤੇ ਤੀਰ ਚਲਾਵੇ ਉਲਟਾ ਉਸੇ ਨੂੰ ਹੀ ਲੱਗ ਜਾਂਦਾ। ਹੁਸੈਨੀ ਮਾਰਨਾ ਚਾਹੁੰਦਾ ਸੀ 10ਵੇਂ ਪਾਤਸ਼ਾਹ ਨੂੰ, ਆਪ ਹੀ ਮਾਰਿਆ ਗਿਆ ਹੈ। ਰਾਖ ਲਿਓ ਗੁਰ ਕੋ ਜਗਰਾਈ, ਮਹਾਰਾਜ 10ਵੇਂ ਪਾਤਸ਼ਾਹ ਵਿਚਿਤ੍ਰ ਨਾਟਕ 'ਚ ਪੰਕਤੀ ਲਿਖੀ ਹੈ, ਰਾਖ ਲਿਓ ਹਮ ਕੋ ਜਗਰਾਈ। ਕਵੀ ਜੀ ਇੱਥੇ ਕਿਉਂਕਿ ਅੰਨ੍ਹੇ ਪੁਰਸ਼ ਕਰਕੇ ਥਰਡ ਪਰਸਨ ਕਰਕੇ ਕਥਾ ਲਿਖ ਰਹੇ ਨੇ ਨਾ, ਤਾਂ ਉਹਨਾਂ ਨੇ ਇਸ ਤਰ੍ਹਾਂ ਲਿਖਿਆ ਵੀ ਰਾਖ ਲਿਓ ਗੁਰ ਕੋ ਜਗਰਾਈ। ਜਗਤ ਦੇ ਮਾਲਕ ਪਰਮੇਸ਼ਰ ਨੇ, ਵਾਹਿਗੁਰੂ ਨੇ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਰ ਤਰ੍ਹਾਂ ਨਾਲ ਰੱਖਿਆ ਕੀਤੀ ਹੈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਪਰਮੇਸ਼ਰ ਨੇ ਦੁਸ਼ਟਾਂ ਦੋਖੀਆਂ ਨੂੰ ਆਪੇ ਹੀ ਪਰੇ ਨਿਬੇੜ ਦਿੱਤਾ ਹੈ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰੂ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਨ ਪਾਵੈ। राखत है अपनो कर दे कर, पाप समूह ना भेटन पावै, और की बात कहाँ कह तो सो पेट ही के पट बीच बचावै। इस प्रकार नाल महाराज सच्चे पातशाह श्री गुरु गोबिंद सिंह साहिब जी दी परमेश्वर ने रख्या कीती है। यह पंक्ति भी 10वें पातशाह दे बचित्र नाटक विच आउंदी है। राख लियो हमको जगराई, लो कटा अनतै बरसाई। ਕਹਿੰਦੇ ਲੋਹ ਘਟਾ ਦਾ ਮਤਲਬ ਹੁੰਦਾ ਜਿੱਥੇ ਲੋਹਾ ਖੜਕਦਾ ਹੋਵੇ। ਜੰਗ ਦਾ ਮੈਦਾਨ, ਜੰਗ ਨੂੰ ਲੋਹ ਕਹਿੰਦੇ ਹਨ। ਕਹਿੰਦੇ ਲੋਹ ਘਟਾ ਕਿਤੇ ਹੋਰ ਹੀ ਵੱਸ ਗਈ, ਹੋਰ ਹੀ ਤੀਰ ਗੋਲੀਆਂ ਕਿਤੇ ਬਾਹਰ ਹੀ ਚੱਲ ਗਏ। ਆਨੰਦਪੁਰ ਸਾਹਿਬ ਤੱਤੀ ਵਾਰ ਨਹੀਂ ਲੱਗੀ। ਕਰ ਹੰਕਾਰ ਜੋ ਦਲ ਬਲ ਘੇਰਾ, ਜਿਹੜਾ ਆਪਣੇ ਦਲ ਤੇ ਆਪਣੇ ਬਲ ਦਾ ਹੰਕਾਰ ਕਰਕੇ ਆਇਆ ਸੀ, ਸ੍ਰੀ ਪ੍ਰਭ ਸਨ ਚਹਿ ਕਰਨ ਬਖੇਰਾ, ਉਹ ਰਣ ਤੱਤੇ 'ਚ ਮਾਰਿਆ ਗਿਆ। ਹੁਸੈਨੀ ਖਤਮ ਹੋ ਗਿਆ। ਕਿਰਪਾਲ ਚੰਦ ਕਟੋਚੀਆ ਜਿਹੜਾ ਸ਼ਰਾਰਤ ਦੀ ਹਮੇਸ਼ਾ ਉਹ ਚੰਗਾੜੀ ਬਾਲ ਕੇ ਰੱਖਦਾ ਸੀ, ਉਹ ਵੀ ਮਾਰਿਆ ਗਿਆ। ਹਿੰਮਤ ਕੀਮਤ ਵਰਗੇ ਯੋਧੇ ਮਾਰੇ ਗਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜਾ ਵੀ ਕੋਈ ਬੈਰ ਵਿਰੋਧ ਕਰੇਗਾ ਨਾ, ਸਾਧ ਸੰਗਤ ਜੀ, ਉਹਦਾ ਇਹੀ ਅਸਰ ਹੋਵੇਗਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੇ ਪਾਛੈ ਸੁਖ ਨਹੀਂ ਮਰ ਜੰਮੈ ਵਾਰੋ ਵਾਰ। ਜਿਹੜੇ ਇਸ ਤਰ੍ਹਾਂ ਦੇ ਦੁਸ਼ਟ ਨੀਚ ਕਰਮ ਕਰਦੇ ਹਨ ਪੁਰਸ਼, ਅਖੀਰ ਉਹਨਾਂ ਦਾ ਮਾੜਾ ਹੀ ਹੁੰਦਾ ਹੈ। ਸੋ ਇਹ ਆਪਣੀ ਆਈ ਮਾਰੇ ਗਏ ਹਨ। ਪੂਰਾ ਉਤਰੈ ਕਿਮ ਨਾਹੀ, ਜਿਹੜਾ ਗੁਰੂਆਂ ਨਾਲ, ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਵਰਗੇ ਮਹਾਂਪੁਰਸ਼ਾਂ ਨਾਲ ਵਿਰੋਧ ਕਰਦਾ, ਉਹ ਕਦੀ ਪੂਰਾ ਨਹੀਂ ਉਤਰਦਾ। ਹਰ ਪਚ ਜਾਹੇ ਬਾਦ ਜਗ ਮਾਹੀ, ਉਹ ਬੇਅਰਥੀ ਅਣਾਈ ਮੌਤ ਹੀ ਮਾਰਿਆ ਜਾਂਦਾ ਹੈ। ਉਹ ਦੁਨੀਆ ਤੇ ਖਤਮ ਹੋ ਜਾਂਦਾ ਹੈ, ਉਹਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਕਰਿਓ ਧਰਮ ਨਿਰਭਉ ਨਾ ਕਿਰਪਾਲ, ਕਹਿੰਦੇ ਰਾਜੇ ਕਿਰਪਾਲ ਚੰਦ ਕਟੋਚੀਏ ਤੇ ਭੀਮ ਚੰਦ ਨੇ ਸਹੁੰ ਪਾਈ ਸੀ ਵੀ ਅਸੀਂ ਕੁਛ ਨਹੀਂ ਕਵਾਂਗੇ ਜੇ ਗੋਪਾਲ ਚੰਦ ਸਾਡੇ ਕੋਲ ਆ ਜਾਵੇ ਤੇ ਬਹਿ ਕੇ ਗੱਲ ਕਰ ਲਈਏ। ਧਰਮ ਨੇਮ ਕੀਤਾ ਸੀ, ਉਸ ਧਰਮ ਨੇਮ ਤੇ ਕਿਰਪਾਲ ਚੰਦ ਕਟੋਚੀਆ ਪੂਰਾ ਨਹੀਂ ਉਤਰਿਆ। ਪਰਮੇਸ਼ਰ ਨੇ ਐਸੀ ਕਲਾ ਵਰਤਾਈ ਕਿ ਕਿਰਪਾਲ ਚੰਦ ਆਪਣੀ ਝੂਠੀ ਸਹੁੰ ਪਾ ਕੇ ਵੀ ਮਾਰਿਆ ਗਿਆ, ਜਿੱਤ ਨਹੀਂ ਸਕਿਆ। ਇਸ ਕਰਕੇ ਸਾਧ ਸੰਗਤ ਜੀ, ਸਹੁੰ ਤੇ ਸੱਚੀ ਵੀ ਨਹੀਂ ਪਾਣੀ ਚਾਹੀਦੀ। ਜਿਹੜੇ ਬੰਦੇ ਝੂਠੀਆਂ ਕਸਮਾਂ ਪਾ ਕੇ ਛਲ ਕਪਟ ਕਰਦੇ ਆ, ਅੰਤ ਨੂੰ ਉਹਨਾਂ ਦਾ ਨਾਸ ਹੁੰਦਾ ਹੈ। ਇਹ ਕਥਾ ਤੋਂ ਇਹ ਗਿਆਨ ਮਿਲਦਾ ਵੀ ਕਦੀ ਵੀ ਕਿਸੇ ਬੰਦੇ ਨਾਲ ਧੋਖਾ ਕਰਨ ਨਾਲ ਦੀ ਭਾਵਨਾ ਨਾਲ ਸਹੁੰ ਪਾ ਕੇ ਅਗਲੇ ਨੂੰ ਵਿਸ਼ਵਾਸ ਵਿੱਚ ਲੈ ਕੇ ਫਿਰ ਉਹਦੇ ਨਾਲ ਦਗਾ ਕਰਨਾ, ਉਹਦੇ ਨਾਲ ਧਰੋਹ ਕਮਾਉਣਾ, ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਹੈ ਉਹ ਫਿਰ ਦੋਹਾਂ ਜਹਾਨਾਂ ਵਿੱਚ ਉਹਨੂੰ ਮਾਰ ਪੈਂਦੀ ਹੈ। ਇੱਥੇ ਵੀ ਉਹਦਾ ਨਾਸ ਹੋ ਜਾਂਦਾ, ਇੱਥੇ ਵੀ ਉਹਦਾ ਕੱਖ ਨਹੀਂ ਰਹਿੰਦਾ ਤੇ ਪਰਲੋਕ ਵਿੱਚ ਵੀ ਉਹਦਾ ਕੱਖ ਨਹੀਂ ਰਹਿੰਦਾ। ਹਾਂਜੀ, ਫਤਿਹ ਪਾਏ ਕਰ ਗੁਰ ਟਿਕ ਗਇਓ। ਰਾਜਾ ਗੋਪਾਲ ਚੰਦ ਗੁਲੇਰੀਆ ਗੁਰੂ ਕਲਗੀਧਰ ਦੀ ਕਿਰਪਾ ਨਾਲ ਜੰਗ ਫਤਿਹ ਕਰਕੇ ਫਟਾਫਟ ਆਨੰਦਪੁਰ ਸਾਹਿਬ ਪਹੁੰਚਿਆ ਹੈ। ਤੇਰਾ ਪੁਰ ਆਨੰਦ ਕਰ ਦਿਓ, ਉਹਨੇ ਜਾ ਆਨੰਦਪੁਰ ਸਾਹਿਬ ਡੇਰਾ ਲਾਇਆ। ਸਭਾ ਸਥਾਨ ਪ੍ਰਭੂ ਚਲੇ ਆਏ, ਜਦੋਂ ਮਹਾਰਾਜ 10ਵੇਂ ਪਾਤਸ਼ਾਹ ਦਰਬਾਰ ਵਿੱਚ ਆ ਕੇ ਬੈਠੇ ਹਨ। ਭਟ ਮਸੰਦ ਫਿਰੈ ਸਮੁਦਾਏ, ਜਦੋਂ ਮਹਾਰਾਜ ਦੇ ਦਰਬਾਰੀ ਸੂਰਮੇ ਯੋਧੇ ਮਸੰਦ ਤੇ ਵਿਦਵਾਨ ਕਵੀ ਗਣ ਆ ਕੇ ਬੈਠ ਗਏ, ਸਾਰਾ ਦਰਬਾਰ ਸਜ ਗਿਆ। ਚਮਰ ਚਰਾਚਰ ਸਿਰ ਪਰ ਢੋਰਤ, ਮਹਾਰਾਜ ਦੇ ਸੀਸ ਉੱਤੇ ਸੁੰਦਰ ਚੌਰ ਝੁਲਾਇਆ ਜਾ ਰਿਹਾ ਸੀ। ਕਹੂੰ ਔਰ ਸਭ ਚਰਨ ਨਿਹੋਰਤ, ਤੇ ਚਾਰੇ ਪਾਸੇ ਮਹਾਰਾਜ ਦੇ ਚਰਨਾਂ ਨੂੰ ਸੰਗਤਾਂ ਨਮਸਕਾਰਾਂ ਕਰ ਰਹੀਆਂ ਸਨ। ਤਬ ਗੁਲੇਰੀਆ ਗੁਰੂ ਬੁਲਾਇਓ, ਤਾਂ ਮਹਾਰਾਜ ਨੇ ਰਾਜੇ ਗੋਪਾਲ ਚੰਦ ਗੁਲੇਰੀਏ ਨੂੰ ਆਪਣੀ ਸਭਾ ਵਿੱਚ ਸੱਦਾ ਦਿੱਤਾ। ਸੇਵਾਦਾਰ ਨੂੰ ਭੇਜਿਆ ਵੀ ਰਾਜਾ ਗੋਪਾਲ ਚੰਦ ਰਾਤ ਦਾ ਆਇਆ ਬੈਠਾ
ਉਹਨੂੰ ਕਹੋ ਸਾਡੇ ਦਰਬਾਰ ਵਿੱਚ ਆ ਕੇ ਸਾਨੂੰ ਮਿਲ ਲਵੇ। ਜਿਤ ਦਰਸ਼ਨ ਕੇ ਹਰਖਤ ਆਇਓ। ਰਾਜਾ ਗੋਪਾਲ ਚੰਦ ਗੁਲੇਰੀਆ ਮਹਾਰਾਜ ਦੇ ਦਰਸ਼ਨਾਂ ਲਈ ਬੜੀ ਖੁਸ਼ੀ ਨਾਲ ਆਇਆ ਹੈ। ਧਰ ਅਕੋਰ ਕਰ ਜੋਰ ਪ੍ਰਣਾਮੂ। ਕਹਿੰਦੇ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਦੇ ਚਰਨਾਂ ਵਿੱਚ ਭੇਟਾ ਧਰ ਕੇ ਰਾਜੇ ਗੋਪਾਲ ਚੰਦ ਗੁਲੇਰੀਏ ਨੇ ਮੱਥਾ ਟੇਕਿਆ ਹੈ। ਉਸ ਕਾਵਤ ਸ੍ਰੀ ਪ੍ਰਭ ਅਬ ਰਾਮੂ। 10ਵੇਂ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਰਾਜੇ ਗੋਪਾਲ ਚੰਦ ਵੱਲ ਵੇਖ ਕੇ ਮੁਸਕਰਾ ਪਏ ਨੇ, ਹੱਸ ਪਏ ਨੇ ਤੇ ਬਚਨ ਕੀਤਾ ਹੈ। ਆਵੋ ਬੜ ਜੈਤਾ ਬਰ ਵੀਰ। ਆਓ ਮਾਂ ਬਲੀ ਮਹਾ ਜਿੱਤ ਪ੍ਰਾਪਤ ਕਰਕੇ ਆਣੇ ਵਾਲੇ ਮਹਾ ਜੈਤਾ ਮਹਾਬਲੀ ਰਾਜਾ ਗੋਪਾਲ ਚੰਦ ਜੀ ਆਇਆਂ ਨੂੰ। ਹਾਂਜੀ, ਦੁਸ਼ਮਨ ਨਾਚ ਕਰੇ ਤਰ ਧੀਰ। ਹੌਸਲਾ ਰੱਖਿਆ ਨਾ ਤੁਸੀਂ, ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ। ਕਿਉਂਕਿ ਜਿਹੜਾ ਜੰਗ ਦੇ ਵਿੱਚ ਹੌਸਲਾ ਰੱਖਦਾ ਜਿੱਤ ਉਸੇ ਦੀ ਹੁੰਦੀ ਹੈ। ਜੇ ਤੂੰ ਹਾਰ ਜਾਂਦਾ ਮਨ ਤੋਂ ਤੇ ਉਦਾਂ ਵੀ ਹਾਰ ਜਾਣਾ ਸੀ। ਜੇ ਮਨ ਤਗੜਾ ਕੀਤਾ ਤੇ ਫਤਿਹ ਪ੍ਰਾਪਤ ਕਰ ਲਈ ਹੈ। ਆਇਸ ਪਾਏ ਸੋ ਬੈਠਿਓ ਪਾਸ। ਆਗਿਆ ਪਾ ਕੇ ਸਾਧ ਸੰਗਤ ਜੀ ਰਾਜਾ ਗੋਪਾਲ ਚੰਦ ਗੁਲੇਰੀਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਬੈਠ ਗਿਆ। ਸਰਬ ਵਾਰਤਾ ਕਰੀ ਪ੍ਰਗਾਸ। ਮਹਾਰਾਜ ਤਖਤ ਤੇ ਬੈਠੇ ਸਨ ਤੇ ਸਾਹਮਣੇ ਰਾਜਾ ਹੱਥ ਜੋੜ ਕੇ ਬੈਠਾ ਸੀ ਤੇ ਮਹਾਰਾਜ ਨੂੰ ਆਪਣੇ ਜੰਗ ਦੀ ਸਾਰੀ ਵਾਰਤਾ ਸੁਣਾ ਰਿਹਾ ਸੀ। ਲਗਾ ਕਰਤ ਮੋ ਕੋ ਜਹ ਗਹਿਓ। ਇਹ ਸੱਚੇ ਪਾਤਸ਼ਾਹ ਕਿਰਪਾਲ ਚੰਦ, ਭੀਮ ਚੰਦ, ਹੁਸੈਨੀ ਤਿੰਨਾਂ ਨੇ ਰਲ ਕੇ ਮੇਰੇ ਨਾਲ ਧੋਖਾ ਕਰਨਾ ਚਾਹਿਆ। ਮੈਨੂੰ ਝੂਠੀਆਂ ਕਸਮਾਂ ਪਾ ਕੇ ਕੋਲ ਬੁਲਾ ਲਿਆ। ਮੈਂ ਮਹਾਰਾਜ ਉਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਕੇ ਆਇਆ ਤੇ ਕਿਰਪਾਲ ਚੰਦ, ਭੀਮ ਚੰਦ ਬੇਈਮਾਨ ਹੋ ਗਏ। ਇਹ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ, ਫੜਨਾ ਚਾਹੁੰਦੇ ਸੀ। ਜੋ ਫਲ ਤਤਕਾਲ ਹੀ ਲਹਿਓ। ਪਰ ਆਪ ਜੀ ਦੀ ਕਿਰਪਾ ਨਾਲ ਇਹਨਾਂ ਨੂੰ ਨਾਲ ਦੀ ਨਾਲ ਫਲ ਮਿਲ ਗਿਆ ਹੈ। ਰਾਵਰ ਕੀ ਸਹਾਇਤਾ ਪਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸਹਾਇਤਾ ਨਾਲ, ਤੁਹਾਡੀ ਕਿਰਪਾ ਨਾਲ ਤੇ ਸ਼ਤਰਗਨ ਖੜਗ ਚਲਾਏ। ਅਸੀਂ ਮੈਦਾਨੇ ਜੰਗ ਵਿੱਚ ਵੈਰੀ ਮਾਰੇ ਹਨ, ਤੇਗ ਚਲਾਈ ਹੈ। ਅਜੀ ਨਾ ਖਾਓ ਕਟੇ ਗਿਰ ਮਰੇ। ਔਰ ਮਹਾਰਾਜ ਅਸੀਂ ਪੈਰ ਪਿੱਛੇ ਨਹੀਂ ਕੀਤਾ। ਭਾਵੇਂ ਸਾਡੇ ਵੀ ਜਵਾਨ ਲੜ ਕੇ ਬਹੁਤ ਸ਼ਹੀਦ ਹੋਏ ਨੇ, ਪਰ ਅਸੀਂ ਦੁਸ਼ਮਣ ਦੇ ਸਾਹਮਣੇ ਸ਼ਸਤਰ ਨਹੀਂ ਸੁੱਟੇ, ਮਰਦਾਂ ਤਰ੍ਹਾਂ ਲੜੇ ਹਾਂ। ਭੀਮ ਭੂਰ ਸੰਗਰ ਕੋ ਕਰੇ। ਬੜਾ ਭਿਆਨਕ ਵੱਡਾ ਯੁੱਧ ਕੀਤਾ ਹੈ। ਆਗਿਆ ਦੇਹੋ ਅਬੈਪੁਰ ਜਾਵੋ। ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਇੱਕ ਵਾਰੀ ਮੈਨੂੰ ਛੇਤੀ ਆਪਣੀ ਰਾਜਧਾਨੀ ਜਾਣਾ ਪੈਣਾ ਹੈ। ਕਾਇਲ ਭਟਨ ਸੇਵ ਕਰਵਾਵੋ। ਜਿਹੜੇ ਮੇਰੀ ਫੌਜ ਦੇ ਯੋਧੇ ਜ਼ਖਮੀ ਹੋਏ ਪਏ ਨੇ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ, ਤੀਰਾਂ ਦੇ ਗੋਲੀਆਂ ਨਾਲ ਜ਼ਖਮੀ ਨੇ, ਮੈਂ ਉਹਨਾਂ ਦੀ ਸੇਵਾ ਕਰਾਣੀ ਚਾਹੁੰਦਾ, ਜਾ ਕੇ ਮਲਮ ਪੱਟੀ ਕਰਵਾਣੀ ਹੈ। ਸਭ ਸਤਿਗੁਰ ਦੇ ਕਰ ਸਿਰ ਪਾਓ। ਤਾਂ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਨੇ ਰਾਜੇ ਗੋਪਾਲ ਚੰਦ ਗੁਲੇਰੀਏ ਨੂੰ ਗੁਰੂ ਘਰ ਵੱਲੋਂ ਸਰੋਪਾ ਦਿੱਤਾ ਹੈ। ਰੁਖ ਸਦ ਕਰਿਓ ਚੜਿਓ ਹਰ ਖਾਓ। ਔਰ ਵਿਦਾ ਕੀਤਾ ਤੇ ਬੜੀ ਖੁਸ਼ੀ ਨਾਲ ਰਾਜਾ ਚਲਾ ਗਿਆ ਵਾਪਸ। ਕਲਗੀ ਧਰ ਆਨੰਦ ਧਾਰੇ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਬੜੇ ਆਨੰਦ ਵਿੱਚ, ਬੜੀ ਪ੍ਰਸੰਨਤਾ ਦੇ ਸਹਿਤ ਦਾਸ ਉਬਾਰ ਸ਼ਤਰ ਨਿਰਵਾਰੇ। ਆਪਣੇ ਦਾਸਾਂ ਦੀ ਰੱਖਿਆ ਕਰਦੇ, ਸ਼ਤਰੂਆਂ ਦਾ ਨਾਸ਼ ਕਰਦੇ ਹਨ। ਮਾਘ ਮਾਸ ਪਾਛਲ ਪਖ ਆਇਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਘ ਦੇ ਮਹੀਨੇ ਦਾ ਪਿਛਲਾ ਪੱਖ ਆ ਗਿਆ ਹੈ। ਬਾਸੁਰ ਆਦਿਤਵਾਰ ਸੁਹਾਇਓ। ਤੇ ਐਤਵਾਰ ਦਾ ਬੜਾ ਸੋਹਣਾ ਭਾਗਾਂ ਵਾਲਾ ਦਿਨ ਚੜਿਆ ਹੈ। ਏਕਮ ਥਿਤ ਨਿਸ ਦੋਏ ਕਟੀ ਜਬ। ਔਰ ਸਾਧ ਸੰਗਤ ਜੀ ਮਾਘ ਦੇ ਮਹੀਨੇ ਦੇ ਪਿਛਲੇ ਪੱਖ ਦੀ ਏਕਮ ਦੀ 2 ਘੜੀਆਂ ਰਾਤ ਜਦੋਂ ਬੀਤੀ ਹੈ ਜੀਤੋ ਤੇ ਪੁੱਤਰ ਭਇਓ ਤਬ। ਤਾਂ ਮਹਾਰਾਜ 10ਵੇਂ ਪਾਤਸ਼ਾਹ ਜੀ ਦਾ ਤੀਸਰਾ ਪੁੱਤਰ ਪੈਦਾ ਹੋਇਆ। ਮਾਤਾ ਜੀਤੋ ਦੀ ਕੁੱਖ ਨੂੰ ਭਾਗ ਲੱਗੇ ਹਨ। ਦੇਵ ਮਾਨ ਧਾਇਨ ਤੇ ਹੋਏ। ਕਹਿੰਦੇ ਦਾਈਆਂ ਨੇ ਸੇਵਾ ਕੀਤੀ ਹੈ ਮਾਤਾ ਜੀ ਦੀ। ਸੁਨ ਉਤਸਾਹ ਹਰ ਕਸਬ ਕੋਏ। ਔਰ ਸਾਧ ਸੰਗਤ ਜੀ ਸਾਰੇ ਪਾਸੇ ਖੁਸ਼ੀਆਂ ਤੇ ਵਧਾਈਆਂ ਦੇ ਬਾਜੇ ਵੱਜੇ ਨੇ। ਮਹਾਰਾਜ 10ਵੇਂ ਪਾਤਸ਼ਾਹ ਨੂੰ, ਮਾਤਾ ਗੁਜਰੀ ਜੀ ਨੂੰ
ਵਧਾਈਆਂ ਮਿਲਣ ਲੱਗੀਆਂ ਨੇ। ਬਾਜ ਉਠੇ ਦਰ ਪਰ ਛਦਿਆਨੇ, ਗੁਰੂ ਘਰ ਦੇ ਦਰਵਾਜ਼ੇ ਤੇ ਛਦਿਆਨੇ ਵੱਜੇ ਹਨ। ਬੰਦੂਕਨ ਛਲਕ ਮਹਾਨੇ, ਤੋਪਾਂ ਤੇ ਬੰਦੂਕਾਂ ਦੀ ਛਲਕ ਹੋਈ ਹੈ। ਖੁਸ਼ੀ ਵਿੱਚ ਗੁਰੂ ਕੇ ਸਿੱਖਾਂ ਨੇ ਬੰਦੂਕਾਂ ਦੇ ਫੈਰ ਖੋਲੇ ਹਨ। ਭਇਓ ਕੋਲਾਹਲ ਆਨੰਦਪੁਰ ਮੈਂ, ਆਨੰਦਪੁਰ ਸਾਹਿਬ ਗਲੀ ਗਲੀ ਬਾਜ਼ਾਰ ਬਾਜ਼ਾਰ ਖੁਸ਼ੀ ਦੀ ਲਹਿਰ ਦੌੜੀ ਹੈ। ਬੜਾ ਆਨੰਦ ਮਚਿਆ, ਕੁਲਾਹਲ ਹੋਇਆ ਹੈ। ਆਨੰਦ ਭਾ ਨਰ ਨਾਰਨ ਉਰ ਮੈਂ, ਇਸਤਰੀ ਪੁਰਸ਼ ਬੱਚੇ ਬੁੱਢੇ ਸਾਰਿਆਂ ਦੇ ਮਨ ਖੁਸ਼ ਹੋ ਗਏ ਹਨ। ਗਾਵਤ ਗੀਤ ਬ੍ਰਿੰਦ ਬਿਕ ਬੈਨੀ, ਕੋਇਲ ਵਰਗੀ ਸੁਰੀਲੀ ਆਵਾਜ਼ ਵਿੱਚ ਬੀਬੀਆਂ ਗੀਤ ਗਾਉਂਦੀਆਂ ਨੇ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਵਧਾਈਆਂ ਦੇ ਗੀਤ ਗਾਉਂਦੀਆਂ ਨੇ। ਮਿਲੀ ਆਨ ਗੁਰ ਘਰ ਬ੍ਰਿਗ ਨੈਣੀ, ਜਿਨ੍ਹਾਂ ਦੇ ਨੇਤਰ ਕਮਲ ਵਰਗੇ ਹਨ, ਜਿਨ੍ਹਾਂ ਦੀਆਂ ਅੱਖਾਂ ਹਿਰਨ ਦੇ ਬੱਚੇ ਵਰਗੀਆਂ ਹਨ। ਬੜੀਆਂ ਸੁੰਦਰ ਹਰਨਾਖੀ ਇਸਤਰੀਆਂ ਮਾਤਾ ਗੁਜਰੀ ਜੀ ਨੂੰ, ਮਾਤਾ ਜੀਤੋ ਜੀ ਨੂੰ ਵਧਾਈਆਂ ਦੇਣ ਆਈਆਂ ਹਨ। ਗੁਜਰੀ ਕੋ ਦੇਤ ਬਧਾਈ, ਮਾਤਾ ਗੁਜਰੀ ਨੂੰ ਵਧਾਈਆਂ ਮਿਲਦੀਆਂ ਹਨ। ਮਨ ਹੈ ਮਾਨ ਸਹਿਤ ਮੁਦ ਪਾਈ, ਮਾਤਾ ਗੁਜਰੀ ਜੀ ਸਾਰੀਆਂ ਬੀਬੀਆਂ ਦੀ ਵਧਾਈ ਬੜੇ ਪਿਆਰ ਨਾਲ ਮੰਨਦੇ, ਸਿਰ ਮੱਥੇ ਤੇ ਲੈਂਦੇ ਹਨ। ਮੰਗਲ ਵਸਤ ਅਨੇਕ ਪ੍ਰਕਾਰਨ, ਔਰ ਅਨੇਕਾਂ ਪ੍ਰਕਾਰ ਦੇ ਪਦਾਰਥ ਮੰਗਤਿਆਂ ਨੂੰ ਮਾਤਾ ਜੀ ਵਰਤਾ ਰਹੇ ਨੇ। ਸਭ ਹੀ ਕਰਤ ਦਿਖਾਏ ਸੋ ਨਾਰਨ, ਔਰ ਮੰਗਲਮਈ ਖੁਸ਼ੀਮਈ ਜੋ ਸਮਾਗਮ ਹੁੰਦੇ ਨੇ, ਕਿਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣ ਗਈਆਂ ਨੇ, ਕਿਤੇ ਸਾਧ ਸੰਗਤ ਜੀ ਭਾਂਤ ਭਾਂਤ ਦੇ ਸੁੰਦਰ ਲੰਗਰ ਤਿਆਰ ਹੋ ਰਹੇ ਨੇ, ਕਿਤੇ ਕੀਰਤਨ ਹੋ ਰਹੇ ਨੇ, ਕਿਤੇ ਕਵੀਆਂ ਦੇ ਦਰਬਾਰ ਲੱਗੇ ਨੇ, ਕਿਤੇ ਢਾਡੀ ਵਾਰਾਂ ਗਾ ਰਹੇ ਨੇ, ਕਿਤੇ ਡੂਮ ਮਰਾਸ਼ੀ ਭੱਟ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਸਿਫਤ ਕਰਕੇ ਆਪਣਾ ਪੇਟ ਭਰਨ ਲਈ ਦਾਨ ਦਸ਼ਨਾ ਲੈ ਰਹੇ ਨੇ। ਇਸ ਤਰ੍ਹਾਂ ਬੜੇ ਵਾਜੇ ਵੱਜਦੇ ਆਨੰਦ ਦੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ। ਹਰ ਖੱਦਾ ਇਮ ਬਰਬਾਦ ਹੋਏ ਆਈ, ਇਸ ਤਰ੍ਹਾਂ ਖੁਸ਼ੀ ਖੁਸ਼ੀ ਨਾਲ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਦਿਨ ਚੜਿਆ ਹੈ। ਭਾਈ ਦਿਵਸ ਮੈਂ ਦੁਗਨ ਬਧਾਈ, ਰਾਤ ਨੂੰ ਤਾਂ ਜਿਹੜੀਆਂ ਵਧਾਈਆਂ ਮਿਲਣੀਆਂ ਹੀ ਸਨ, ਜਦੋਂ ਦਿਨ ਚੜਿਆ ਤੇ ਖਬਰ ਖੁਸ਼ੀ ਦੀ ਸਾਰੇ ਪਾਸੇ ਫੈਲ ਗਈ ਹੈ। ਦੁੱਗਣੀ ਚੌਗਣੀ ਵਧਾਈ ਹੋ ਗਈ ਹੈ। ਜਾਚਕ ਭੀੜ ਆਏ ਦਰ ਹੋਈ, ਬੜੀ ਭੀੜ ਮੰਗਤਿਆਂ ਦੀ ਗੁਰੂ ਘਰ ਦੇ ਵਿੱਚ ਆ ਲੱਗੀ ਆ। ਮੰਗਤੇ ਆ ਕੇ ਝੋਲੀਆਂ ਭਰ ਰਹੇ ਨੇ। ਸਰਬ ਪਟਾਦ ਪਾਏ ਸਭ ਕੋਈ ਗੁਰੂ ਤੋਂ ਮਾਇਆ ਮੰਗ ਰਿਹਾ, ਕੋਈ ਕੱਪੜਾ ਮੰਗ ਰਿਹਾ। ਜੋ ਕੋਈ ਮੰਗ ਰਿਹਾ ਗੁਰੂ ਸਾਹਿਬ ਦੇ ਖਜ਼ਾਨਿਆਂ ਚੋਂ ਖੁੱਲੇ ਗੱਫੇ ਮਿਲ ਰਹੇ ਨੇ। ਚਰਨਜੀਵ ਹੋਏ ਆਸ਼ਿਕ ਦੇਤ, ਸਭ ਗਰੀਬ ਮੰਗਤੇ ਅਸੀਸਾਂ ਦਿੰਦੇ ਜਾ ਰਹੇ ਨੇ। ਬਾਜਾਂ ਵਾਲੇ ਦਾ ਪੁੱਤਰ ਵੱਡੀਆਂ ਉਮਰਾਂ ਵਾਲਾ ਹੋਵੇ, ਚਿਰੰਜੀਵ ਹੋਵੇ, ਬੜਾ ਪ੍ਰਤਾਪੀ ਹੋਵੇ, ਕੀਰਤ ਕਰਤ ਜਾਤ ਤਨ ਲੇਤ, ਔਰ ਨਾਲੇ ਗੁਰੂ ਘਰ ਦੀ ਕੀਰਤੀ ਕਰਦੇ ਨੇ ਤੇ ਨਾਲੇ ਸਾਧ ਸੰਗਤ ਜੀ ਉਹ ਦਾਨ ਪੁੰਨ ਲੈਣ ਕੇ ਮਹਾਰਾਜ ਨੂੰ, ਗੁਰੂ ਘਰ ਨੂੰ ਸੀਸਾਂ ਦਿੰਦੇ ਨੇ। ਸਾਹਿਬਜ਼ਾਦਾ ਵੱਡਾ ਹੋਵੇ, ਪ੍ਰਤਾਪੀ ਹੋਵੇ, ਸਾਰੇ ਕਹਿੰਦੇ ਆ। ਸਾਧ ਸੰਗਤ ਜੀ ਸਰੀਰ ਕਰਕੇ ਤਾਂ ਸਾਹਿਬਜ਼ਾਦਿਆਂ ਦੀ ਉਮਰ ਛੋਟੀ ਹੋਈ ਹੈ, ਪਰ ਜਿੰਨੀ ਉਮਰ ਸਾਹਿਬਜ਼ਾਦਿਆਂ ਦੀ ਹੈ, ਸੰਸਾਰ ਦੇ ਵਿੱਚ ਕਿਸੇ ਦੀ ਵੀ ਇੰਨੀ ਵੱਡੀ ਲੰਮੀ ਉਮਰ ਨਹੀਂ ਹੋ ਸਕਦੀ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਾਲੀ ਕਥਾ ਕਰਦੇ ਇੱਕ ਵਾਰੀ ਫਤਿਹਗੜ੍ਹ ਸਾਹਿਬ ਬਚਨ ਕੀਤਾ। ਕਹਿਣ ਲੱਗੇ ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਬੜੇ ਬੜੇ ਰਿਸ਼ੀ ਮੁਨੀ ਅਵਤਾਰ, ਪੀਰ ਪੈਗੰਬਰ, ਅਵਤਾਰੀ ਪੁਰਸ਼ ਧਰਤੀ ਤੇ ਪੈਦਾ ਹੋਏ ਹੈ, ਪਰ ਬਾਬੇ ਫਤਿਹ ਸਿੰਘ ਵਰਗਾ ਕੋਈ ਨਹੀਂ ਹੋਇਆ। ਆਖੋ ਸਤਨਾਮ ਸ੍ਰੀ। ਉਹਨਾਂ ਨੇ ਛੋਟੀ ਉਮਰ ਵਿੱਚ ਜਿਹੜੇ ਵੱਡੇ ਸਾਕੇ ਕੀਤੇ ਹੈ, ਇਸ ਕਰਕੇ ਉਹਨਾਂ ਨੂੰ ਵੱਡੇ ਹੀ ਕਹਿਣਾ ਚਾਹੀਦਾ, ਛੋਟੇ ਨਹੀਂ ਹਨ। ਆਖੋ ਸਤਨਾਮ ਸ੍ਰੀ। ਇਹ ਸਾਹਿਬਜ਼ਾਦੇ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੀਆਂ ਗੁਪਤ ਸ਼ਕਤੀਆਂ ਹੀ ਪ੍ਰਗਟ ਹੋਈਆਂ। ਕਵੀ ਜੀ ਅੱਗੇ ਚੱਲ ਕੇ ਦੱਸਦੇ ਹਨ। ਹਾਂਜੀ, ਆਨ ਹੀਜ ਦਵੈ ਹਾਥਨ ਤਾਲੀ, ਕਹਿੰਦੇ ਹੀਜੜੇ ਖੁਸਰੇ ਆ ਕੇ ਦੋ ਹੱਥਾਂ ਨਾਲ ਤਾੜੀਆਂ ਮਾਰ ਕੇ ਨੱਚਦੇ ਹਨ। ਢੋਲਕ ਟਲਕਾ ਬਜਤ ਬਸਾਲੀ, ਢੋਲਕੀਆਂ ਵਜਾਉਂਦੇ, ਟੱਲੀਆਂ ਵਜਾਉਂਦੇ ਆ। ਇਹ ਉਸ ਵੇਲੇ ਦਾ ਮਾਹੌਲ ਸੀਗਾ। ਅੱਜ ਕੱਲ੍ਹ ਦੇ ਕੱਟੜਪੰਥੀਆਂ ਨੂੰ ਇਹ ਵੀ ਸਾਧ ਸੰਗਤ ਜੀ ਸੁਣ ਕੇ ਕੰਨਾਂ 'ਚ ਖੁਰਕ ਹੋਣ ਲੱਗ ਜਾਂਦੀ ਹੈ। ਆਖੇ ਜੀ ਇਹ ਖੁਸਰੇ ਕਿਉਂ ਆ ਗਏ? ਹੁਣ ਖੁਸਰੇ ਰੱਬ ਦੇ ਬੰਦੇ ਕੋਈ ਨਹੀਂ, ਉਹਨਾਂ ਵਿਚਾਰਿਆਂ ਰੋਟੀ ਕਿੱਥੋਂ ਖਾਣੀ ਹੈ? ਲੋਕਾਂ ਦੇ ਘਰੋਂ ਜਿੱਥੋਂ ਉਹਨਾਂ ਨੂੰ ਦਾਨ ਦਸ਼ਨਾ ਮਿਲਦੀ ਹੈ, ਉੱਥੋਂ ਹੀ ਪ੍ਰਸ਼ਾਦਾ ਛਕਣਾ ਉਹਨਾਂ ਦਾ ਪਰਮੇਸ਼ਰ ਨੇ ਸਬੱਬ ਬਣਾਇਆ ਹੀ ਇੱਦਾਂ ਦਾ ਹੈ। ਵਾਹਿਗੁਰੂ ਸ੍ਰਿਸ਼ਟੀ ਸਾਰੀ ਪਰਮੇਸ਼ਰ ਦੀ ਹੈ। ਇਹਦੇ 'ਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦਾ ਨਹੀਂ ਕੋਈ ਸਵਾਲ। ਬਾਣੀ ਦੇ ਹਿਸਾਬ ਨਾਲ ਪੜ੍ਹ ਕੇ ਵੇਖ ਲਓ,
ਬਾਣੀ ਕਹਿੰਦੀ ਹੈ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਪਰਮੇਸ਼ਰ ਨੇ ਪੈਦਾ ਕੀਤੇ ਹੈ, ਜਿਹੜੇ ਪਰਮੇਸ਼ਰ ਦੇ ਪੈਦਾ ਕੀਤੇ ਉਹਨਾਂ ਪਰਮੇਸ਼ਰ ਨੇ ਪੇਟ ਵੀ ਲਾਇਆ ਹੋਇਆ, ਤੇ ਪੇਟ ਦੀ ਪੂਰਤੀ ਵਾਸਤੇ ਪਰਮੇਸ਼ਰ ਨੇ ਉਹਨਾਂ ਨੂੰ ਕੋਈ ਨਾ ਕੋਈ ਕਲਾ ਵੀ ਦਿੱਤੀ ਹੋਈ ਹੈ। ਕਿਸੇ ਨੂੰ ਰਾਗ ਵਿਦਿਆ ਦਿੱਤੀ ਹੈ, ਕਿਸੇ ਨੂੰ ਕਾਵ ਵਿਦਿਆ ਦਿੱਤੀ ਹੈ, ਕਿਸੇ ਨੂੰ ਖੇਤੀਬਾੜੀ ਦਿੱਤੀ ਹੈ, ਕਿਸੇ ਨੂੰ ਦੁਕਾਨਦਾਰੀ ਦਿੱਤੀ ਹੈ, ਕਿਸੇ ਨੂੰ ਨੌਕਰੀ ਦਿੱਤੀ ਹੈ, ਕਿਸੇ ਨੂੰ ਵਪਾਰ ਬਿਜ਼ਨਸ ਦਿੱਤਾ। ਕੋਈ ਲੱਖਾਂ ਕਿਸਮ ਦੇ ਮਹਾਰਾਜ ਨੇ ਹੀਲੇ ਵਸੀਲੇ ਬਣਾਏ ਹੈ। ਉਹਨਾਂ ਖੁਸਰਿਆਂ ਦੇ ਵਿਚਾਰਿਆਂ ਦੇ ਇਹ ਹੀਲੇ ਵਸੀਲੇ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਆ, ਤੇ ਉਹਦੇ ਬਦਲੇ 'ਚ ਉਹਨਾਂ ਨੂੰ ਲੋਕ ਥੋੜ੍ਹੀ ਬਾੜੀ ਮਾਇਆ ਦੇ ਦਿੰਦੇ ਆ ਤੇ ਉਹ ਆਪਣਾ ਪੇਟ ਭਰ ਲੈਂਦੇ ਆ। ਪਰਮੇਸ਼ਰ ਨੇ ਐਸਾ ਬਣਾਇਆ ਵਿਧੀ ਵਿਧਾਨ। ਸੋ ਉਹ ਜਿਹੜੇ ਕਲਾਕਾਰ ਲੋਕ, ਗੁਣੀ ਲੋਕ ਹਨ, ਉਹ ਗੁਰੂ ਘਰ ਤੋਂ ਆ ਕੇ ਦਾਤਾਂ ਮੰਗ ਰਹੇ ਹਨ। ਗਾਵਤ ਨਾਚਤ ਲੇਤ ਪਵਾਲੀ, ਕਹਿੰਦੇ ਖੁਸਰੇ ਗਾਉਂਦੇ ਨੱਚਦੇ ਭਵਾਲੀਆਂ ਲੈਂਦੇ ਹਨ। ਤਾਲ ਮਿਲਾਏ ਘੁੰਗਰੂ ਨਾਲੀ, ਕਹਿੰਦੇ ਤਾਲ ਮਿਲਾ ਕੇ ਘੁੰਗਰੂ ਵਜਾ ਕੇ, ਤੇ ਆਤਕ ਉਛਾਏ ਵੱਡ ਹੋਵਾ। ਕਹਿੰਦੇ ਇਸ ਤਰ੍ਹਾਂ ਬੜਾ ਭਾਰੀ ਉਤਸਵ ਹੋਇਆ ਹੈ, ਬੜਾ ਭਾਰੀ ਉਤਸ਼ਾਹ ਆਨੰਦਪੁਰ ਸਾਹਿਬ ਵਿੱਚ ਹੋ ਰਿਹਾ ਹੈ। ਮਿਲ ਮਿਲ ਮੇਲ ਸਭ ਹੁਣ ਜੋਵਾ, ਕਹਿੰਦੇ ਮਿਲ ਮਿਲ ਕੇ ਸਾਰੇ ਬੜਾ ਪਿਆਰ ਦੇ ਨਾਲ ਇਹ ਉਤਸ਼ਾਹ ਵੇਖ ਰਹੇ ਹਨ, ਖੁਸ਼ੀ ਮਨਾ ਰਹੇ ਹਨ। ਨਿਜ ਕੁਲ ਰੀਤ ਕੀਨ ਵੱਡ ਮਾਤਾ, ਮਾਤਾ ਗੁਜਰੀ ਜੀ ਨੇ ਆਪਣੇ ਕੁਲ ਦੀ ਜੋ ਸੋਢੀ ਕੁਲ ਦੀ ਮਰਜ਼ਾਦਾ ਹੈ, ਇੱਕ ਵੈਦਿਕ ਰੀਤੀ ਹੁੰਦੀ ਹੈ, ਇੱਕ ਲੌਕਿਕ ਰੀਤੀ ਹੁੰਦੀ ਹੈ। ਪਰਿਵਾਰਾਂ ਦੀ ਆਪਣੀ ਮਰਜ਼ਾਦਾ ਵੀ ਹੁੰਦੀ ਹੈ, ਜਿਵੇਂ ਗੁਰੂ ਘਰ ਦੀ ਸਾਧ ਸੰਗਤ ਦੀ ਆਪਣੀ ਮਰਜ਼ਾਦਾ ਹੈ, ਦੂਸਰਿਆਂ ਮਤਾਂ ਨਾਲ ਨਹੀਂ ਰਲਦੀ। ਇਸ ਕਰਕੇ ਕਈ ਲੋਕ ਕਹਿੰਦੇ ਆ ਬਈ ਉਹ ਈਰਖਾ ਕਰਦੇ ਆ ਵੀ ਖਾਲਸਾ ਸਾਡੇ ਤੋਂ ਵੱਖਰਾ ਕਿਉਂ ਤੁਰਦਾ ਹੈ। ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਹਰ ਕੁਲ ਦੀ ਮਰਜ਼ਾਦਾ ਵੱਖਰੀ ਹੈ। ਸੋਢੀਆਂ ਦੀ, ਬੇਦੀਆਂ ਦੀ, ਬ੍ਰਾਹਮਣਾਂ ਦੀ, ਖੱਤਰੀਆਂ ਦੀ, ਵੈਸ਼ਾਂ ਦੀ, ਸ਼ੂਦਰਾਂ ਦੀ, ਜਾਤੀਆਂ ਦੀ, ਗੋਤਾਂ ਦੀ, ਉਹ ਆਪਣੀ ਆਪਣੀ ਮਰਜ਼ਾਦਾ ਰੀਤੀ ਰਿਵਾਜ ਹੁੰਦਾ ਹੈ। ਉਹਦੇ ਨਾਲ ਉਹ ਪਰਿਵਾਰ ਦਾ ਇੱਕ ਵੱਖਰਾ ਰੂਪ ਪੇਸ਼ ਹੁੰਦਾ ਹੈ। ਜਿਵੇਂ ਮਹਾਰਾਜ ਨੇ ਖਾਲਸੇ ਨੂੰ ਵੱਖਰੀ ਰਹਿਤ ਬਹਿਤ ਦਿੱਤੀ ਹੈ ਤੇ ਨਿਆਰਾ ਕੀਤਾ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਉਹ ਨਿਆਰਾ ਇਸ ਕਰਕੇ ਕੀਤਾ ਵੀ ਇਹਦੀ ਪਛਾਣ ਵੱਖਰੀ ਰਵੇ। ਬਾਕੀ ਇਹਦਾ ਮਤਲਬ ਇਹ ਨਹੀਂ ਵੀ ਦੂਜਿਆਂ ਦੇ ਸਿਰ ਪਾੜੀ ਜਾਵੇ ਜਾਂ ਦੂਜਿਆਂ ਦਾ ਦੁਸ਼ਮਣ ਹੈ ਖਾਲਸਾ। ਨਹੀਂ, ਦੁਸ਼ਮਣ ਨਹੀਂ ਕਿਸੇ ਦਾ, ਪਰ ਖਾਲਸਾ ਨਿਆਰਾ ਹੈ। ਉਹਦੀ ਚਾਲ ਢਾਲ, ਰਹਿਣੀ ਬਹਿਣੀ, ਉਹਦਾ ਦਰਸ਼ਨ ਨਿਆਰਾ ਹੈ। ਇਸ ਤਰ੍ਹਾਂ ਗੁਰੂ ਘਰ ਦੀ ਕੁਝ ਮਰਜ਼ਾਦਾ ਹਨ, ਕੁਝ ਸਮਾਜ ਦੀਆਂ ਮਰਿਆਦਾ ਹਨ। ਇੱਕ ਸਧਾਰਨ ਧਰਮ ਹੁੰਦਾ, ਇੱਕ ਅਸਾਧਾਰਨ ਧਰਮ ਹੁੰਦਾ। ਸਧਾਰਨ ਧਰਮ ਉਹ ਹੁੰਦਾ ਜਿਹੜਾ ਸਾਰੇ ਹੀ ਕਰਦੇ ਨੇ, ਸਾਰੇ ਮੂੰਹ ਨਾਲ ਰੋਟੀ ਖਾਂਦੇ ਆ, ਸਾਰੇ ਅੱਖਾਂ ਨਾਲ ਦੇਖਦੇ ਆ, ਸਾਰੇ ਪੈਰਾਂ ਨਾਲ ਤੁਰਦੇ ਆ, ਸਾਰੇ ਨੱਕ ਨਾਲ ਸਾਹ ਲੈਂਦੇ ਆ। ਸਧਾਰਨ ਧਰਮ ਹੈ, ਮੁਸਲਮਾਨ ਹੋਵੇ ਹਿੰਦੂ ਹੋਵੇ ਕੋਈ ਸਵਾਲ ਨਹੀਂ। ਇੱਕ ਅਸਾਧਾਰਨ ਧਰਮ ਹੁੰਦਾ ਜਿਹੜਾ ਇਕੱਲੇ ਹਿੰਦੂਆਂ ਦਾ ਉਹਨਾਂ ਦਾ ਤਰੀਕਾ ਹੈ, ਉਹ ਸਿੱਖਾਂ ਦਾ, ਖਾਲਸੇ ਦਾ ਮਰਜ਼ਾਦਾ ਹੈ, ਮੁਸਲਮਾਨਾਂ ਦੀ ਹੈ, ਉਹ ਉਹਨਾਂ ਦੀ ਪਰਸਨਲ ਹੈ। ਉਹ ਮੁਸਲਮਾਨ 5 ਟਾਈਮ ਨਮਾਜ਼ ਪੜ੍ਹਦੇ ਨੇ, ਕੁਰਾਨ 'ਤੇ ਭਰੋਸਾ ਰੱਖਦੇ ਨੇ, ਉਹਨਾਂ ਦਾ ਅਸਾਧਾਰਨ ਧਰਮ ਹੈ। ਖਾਲਸੇ ਦਾ ਗੁਰੂ ਮਹਾਰਾਜ ਦੀ ਬਾਣੀ 'ਤੇ ਭਰੋਸਾ ਹੈ, ਬਾਣੇ 'ਤੇ ਭਰੋਸਾ ਹੈ, ਪੰਜਾਂ ਕਕਾਰਾਂ ਦੀ ਰਹਿਤ 'ਤੇ ਭਰੋਸਾ ਹੈ, ਅੰਮ੍ਰਿਤ 'ਤੇ ਭਰੋਸਾ ਹੈ, ਜੋ ਨਾਮ ਸਿਮਰਨ ਅੰਮ੍ਰਿਤ ਵੇਲੇ ਦਾ ਜਾਗਣਾ। ਇਹ ਜਿਹੜੀਆਂ ਸਾਡੇ ਗੁਰੂ ਘਰ ਦੀ ਮਰਜ਼ਾਦਾ, ਇਹ ਖਾਲਸੇ ਦਾ ਅਸਾਧਾਰਨ ਧਰਮ ਹੈ। ਇਹਦੇ ਵਿੱਚ ਵੀ ਕਈ ਪ੍ਰਕਾਰ ਦੇ ਭੇਦ ਹੁੰਦੇ ਹਨ। ਸੋ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਮਾਤਾ ਜੀ ਕਰ ਰਹੇ ਹਨ। ਮਿਲੀ ਆਨਗਨ ਨਾਗਰ ਕਾਂਤਾ, ਕਹਿੰਦੇ ਨਗਰ ਦੀਆਂ ਬੀਬੀਆਂ ਇਕੱਠੀਆਂ ਹੋਈਆਂ ਆਨੰਦਪੁਰ ਸਾਹਿਬ ਦੀਆਂ। ਸ੍ਰੀ ਸਤਿਗੁਰ ਤਬ ਨਾਮ ਵਿਚਾਰਾ, ਤਾਂ ਮਹਾਰਾਜ 10ਵੇਂ ਪਾਤਸ਼ਾਹ ਸਾਹਿਬਜ਼ਾਦੇ ਦਾ ਨਾਂ ਰੱਖਣ ਲੱਗੇ ਹਨ। ਬਦਲ ਸਕਲ ਦੂਰ ਹੀ ਟਾਰਾ, ਕਹਿੰਦੇ ਇਹਨੇ ਦੁਸ਼ਮਣ ਦੀ ਫੌਜ ਨੂੰ ਦੂਰ ਹੀ ਟਾਲ ਦਿੱਤਾ, ਨੇੜੇ ਆਣ ਨਹੀਂ ਦਿੱਤਾ। ਨਿਕਟ ਨ ਆਏ ਅਬਰ ਹੀ ਮਾਰਿਓ, ਪਰਾਂ ਹੀ ਮਾਰੇ ਗਏ ਨੇ ਦੁਸ਼ਮਣ, ਬਾਹਰੋਂ ਬਾਹਰ ਹੀ ਕੰਮ ਸਰ ਗਿਆ ਹੈ। ਏਮ ਜੁਝਾਰ ਸਿੰਘ ਨਾਮ ਉਚਾਰਿਓ, ਇਹਦਾ ਨਾਮ ਜੁਝਾਰ ਸਿੰਘ ਰੱਖ ਦਈਏ। ਸੋ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਵਿਚਕਾਰਲੇ 2 ਸਾਹਿਬਜ਼ਾਦਿਆਂ ਦੇ ਨਾਮਾਂ ਉੱਤੇ ਪੰਥ ਵਿੱਚ ਪੁਰਾਣੇ ਗ੍ਰੰਥਾਂ 'ਚ ਕਨਫਿਊਜ਼ਿੰਗ ਹੈ। ਕੁਝ ਆਮ ਸੰਗਤ ਜਿਹੜੀ ਪ੍ਰਚਲਿਤ ਸਾਡੇ ਪੰਥ ਵਿੱਚ ਹਨ, ਵੱਡੇ ਬਾਬਾ ਅਜੀਤ ਸਿੰਘ ਜੀ, ਦੂਜੇ ਜੁਝਾਰ ਸਿੰਘ ਜੀ, ਤੀਜੇ ਜੋਰਾਵਰ ਸਿੰਘ ਜੀ ਤੇ ਚੌਥੇ ਫਤਿਹ ਸਿੰਘ ਜੀ। ਪਰ ਕੁਝ ਗ੍ਰੰਥਾਂ ਵਿੱਚ ਬਾਬਾ ਅਜੀਤ ਸਿੰਘ ਜੀ, ਦੂਜੇ ਜੋਰਾਵਰ ਸਿੰਘ, ਤੀਜੇ ਜੁਝਾਰ ਸਿੰਘ ਤੇ ਚੌਥੇ ਫਤਿਹ ਸਿੰਘ ਜੀ। ਇਸ ਤਰ੍ਹਾਂ ਸੂਰਜ ਪ੍ਰਕਾਸ਼ ਵਿੱਚ ਆਉਂਦਾ ਹੈ। ਸੋ ਇਹਦੇ ਵਿੱਚ ਕੋਈ ਵਿਵਾਦ ਕਰਨ ਵਾਲੀ ਗੱਲ ਨਹੀਂ। ਸਾਹਿਬਜ਼ਾਦੇ ਸਤਿਗੁਰਾਂ ਦੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਏ ਹੈ।
ਸੋ ਨਾਵਾਂ ਦੇ ਰੌਲੇ ਕਈ ਕਾਰਨਾਂ ਕਰਕੇ ਪੈ ਜਾਂਦੇ ਆ। ਕਈ ਵਾਰੀ ਇਤਿਹਾਸ ਜਿਹੜਾ ਹੈ ਉਹ ਦੱਸਣ ਵਾਲੇ ਅੱਗੇ ਦੀ ਅੱਗੇ ਜਦੋਂ ਸੈਨਾਪਤੀ ਜੀ ਨੂੰ ਭੁਲੇਖਾ ਲੱਗਾ, ਪਹਿਲਾਂ ਵੀ ਬੇਨਤੀ ਕੀਤੀ ਸੀ ਕਥਾ ਵਿੱਚ, ਪਹਿਲੇ ਸਾਹਿਬਜ਼ਾਦੇ ਦੇ ਜਨਮ ਤੇ ਕਥਾ ਆਈ ਸੀ ਬਈ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਦੇ ਕੋਲ ਇੱਕ ਤਖਾਣਾ ਦਾ ਲੜਕਾ ਸੀਗਾ, ਪਠਾਣਾ ਦੀ ਬਸੀ ਦਾ ਰਹਿਣ ਵਾਲਾ, ਉਹਦਾ ਨਾਮ ਵੀ ਜੋਰਾਵਰ ਸਿੰਘ ਸੀ। ਉਹ ਸਾਹਿਬਜ਼ਾਦੇ ਨਾਲ ਘੁਲਦਾ ਸੀ, ਉਹਨੇ ਸਾਹਿਬਜ਼ਾਦੇ ਨੂੰ ਢਾਹ ਲਿਆ। ਮਹਾਰਾਜ ਕਹਿੰਦੇ ਇਹ ਵੀ ਮੇਰਾ ਜੋਰਾਵਰ ਹੈ। ਤੇ ਉਹ ਕਹਿੰਦੇ ਆ ਉਹ ਜਿਹੜਾ ਤਰਖਾਣਾ ਦਾ ਲੜਕਾ ਸੀ ਉਹ ਚਮਕੌਰ ਦੇ ਜੰਗ ਵਿੱਚ ਕਿਸੇ ਤਰੀਕੇ ਨਾਲ ਜ਼ਖਮੀ ਹੋ ਕੇ ਉੱਥੋਂ ਨਿਕਲ ਗਿਆ ਤੇ ਉਹ ਪਿੰਡ ਉਗਾਣੀ ਰਾਜਪੁਰੇ ਦੇ ਕੋਲ ਹੈ। ਉਗਾਣੀ 9ਵੀਂ ਪਾਤਸ਼ਾਹੀ ਦਾ ਗੁਰਦੁਆਰਾ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, 10ਵੀਂ ਪਾਤਸ਼ਾਹੀ ਵੀ ਉੱਥੇ ਚਰਨ ਪਾਏ ਨੇ। ਉਹ ਉਗਾਣੀ ਪਿੰਡ 'ਚ ਇੱਕ ਉਦਾਸੀ ਮਹਾਤਮਾ ਰਹਿੰਦੇ ਸੀ, ਸੰਤ ਬਾਬਾ ਜਾਨਕੀ ਪ੍ਰਸਾਦ ਜੀ, ਉਹਨਾਂ ਦੇ ਕੋਲ ਆ ਗਿਆ। ਜੋਰਾਵਰ ਸਿੰਘ ਜ਼ਖਮੀ ਸੀ। ਉਹ ਤਖਾਣਾ ਦਾ ਲੜਕਾ ਜਿਹੜਾ ਭਾਈ ਨੱਥੂ ਰਾਮ ਦਾ ਬੇਟਾ, ਪਠਾਣਾ ਦੀ ਬਸੀ ਦਾ ਰਹਿਣ ਵਾਲਾ, ਉਹਨੂੰ ਸਾਰੇ ਗੁਰੂ ਦਾ ਹੀ ਪੁੱਤਰ ਕਹਿੰਦੇ ਸੀ। ਉਹ ਮਹਾਰਾਜ ਨੇ ਕਹਿ ਜੋ ਦਿੱਤਾ ਇਹ ਵੀ ਮੇਰਾ ਹੀ ਪੁੱਤਰ ਹੈ, ਮੇਰਾ ਹੀ ਜੋਰਾਵਰ ਸਿੰਘ ਹੈ। ਸੋ ਕਹਿੰਦੇ ਉਹ ਉੱਥੋਂ ਫਿਰ ਉਗਾਣੀ ਪਿੰਡ ਤੋਂ ਇਲਾਜ ਕਰਾ ਕੇ ਦਮਦਮੇ ਸਾਹਿਬ 10ਵੇਂ ਪਾਤਸ਼ਾਹ ਨੂੰ ਜਾ ਮਿਲਿਆ। ਤੇ ਦਮਦਮੇ ਸਾਹਿਬ ਤੋਂ ਜਦੋਂ ਮਹਾਰਾਜ ਹਜ਼ੂਰ ਸਾਹਿਬ ਨੂੰ ਚਾਲੇ ਪਾਏ, ਉਹ ਨਾਲ ਦੱਖਣ ਨੂੰ ਤੁਰ ਪਿਆ, ਕਿਉਂਕਿ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਤੇ ਉਹ ਹੁਣ ਮਹਾਰਾਜ ਦਾ ਪੁੱਤਰ ਬਣ ਕੇ ਨਾਲ ਰਹਿੰਦਾ ਸੀ। ਭਾਈ ਮਾਨ ਸਿੰਘ, ਨਿਹੰਗ ਸਿੰਘ, ਇਹ ਸਾਰੇ ਚਿਤੌੜਗੜ੍ਹ ਕਿਲੇ ਦੇ ਕੋਲ ਜਦੋਂ ਸਤਿਗੁਰੂ ਜੀ ਪਹੁੰਚੇ, ਕਹਿਣ ਲੱਗੇ ਮਹਾਰਾਜ ਜੀ, ਖਾਸ ਕਰਕੇ ਜੋਰਾਵਰ ਸਿੰਘ ਜੋ ਪਠਾਣਾ ਦੀ ਬਸੀ ਵਾਲਾ ਸੀ, 10ਵੇਂ ਪਾਤਸ਼ਾਹ ਦਾ ਪਾਲਤ ਪੁੱਤਰ, ਪਾਲਿਆ ਹੋਇਆ ਪੁੱਤਰ, ਉਹ ਕਹਿਣ ਲੱਗਾ ਮਹਾਰਾਜ ਕਿਲ੍ਹਾ ਵੇਖਣ ਨੂੰ ਜੀ ਕਰਦਾ। ਤੇ ਮਹਾਰਾਜ ਤੋਂ ਆਗਿਆ ਲੈ ਕੇ 2-4 ਸਿੰਘ ਨਾਲ ਲੈ ਕੇ ਕਿਲ੍ਹਾ ਵੇਖਣ ਚਲਾ ਗਿਆ। ਚਿਤੌੜਗੜ੍ਹ ਦੇ ਦਰਵਾਜ਼ੇ ਦੇ ਵਿੱਚ ਜਦੋਂ ਅੰਦਰ ਵੜਨ ਲੱਗੇ, ਪਹਿਰੇਦਾਰਾਂ ਨੇ ਰੋਕ ਲਿਆ, ਕਹਿਣ ਲੱਗੇ ਸ਼ਸਤਰ ਉਤਾਰ ਕੇ ਜਾਣਾ ਪਏਗਾ। ਇਹ ਕਹਿੰਦੇ ਵੀ ਸ਼ਸਤਰ ਤੇ ਅਸੀਂ ਉਤਾਰਦੇ ਨਹੀਂ। ਉਹ ਕਹਿੰਦੇ ਫਿਰ ਅਸੀਂ ਜਾਣ ਨਹੀਂ ਦਿੰਦੇ। ਉਹ ਇਸ ਤਰ੍ਹਾਂ ਉਹਨਾਂ ਦੇ ਨਾਲ ਮਾਰਾ ਬਕਾਰਾ ਹੋ ਗਿਆ। ਇਹ 5-7 ਸਿੰਘ ਜਿਹੜੇ ਹਨ, ਜੋਰਾਵਰ ਸਿੰਘ ਮਹਾਰਾਜ ਦਾ ਪਾਲਿਆ ਹੋਇਆ ਪੁੱਤਰ, ਚਿਤੌੜਗੜ੍ਹ ਦੇ ਦਰਵਾਜ਼ੇ 'ਚ ਸ਼ਹੀਦੀ ਪਾ ਗਿਆ। ਉੱਥੇ ਸਾਧ ਸੰਗਤ ਜੀ ਜਦੋਂ ਸਿੰਘ ਜਾਂਦੇ ਆ, ਉੱਥੇ ਉਹਨਾਂ ਦੇ ਨਾਂ ਦੇ ਜਕਾਰੇ ਗਜਾ ਕੇ ਆ ਜਾਂਦੇ ਆ, ਪਰ ਅਜੇ ਤੱਕ ਉੱਥੇ ਕੋਈ ਨਿਸ਼ਾਨ ਉਹਨਾਂ ਸ਼ਹੀਦਾਂ ਸਿੰਘਾਂ ਦਾ ਨਹੀਂ ਲੱਗਾ। ਸਮਾਂ ਆਵੇਗਾ ਚਿਤੌੜਗੜ੍ਹ ਦੇ ਉਸ ਦਰਵਾਜ਼ੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਦਾ ਨਿਸ਼ਾਨ ਸਾਹਿਬ ਵੀ ਝੂਲੇਗਾ। ਇਹ ਵੀ ਸਮੇਂ ਨੇ ਸਾਧ ਸੰਗਤ ਜੀ ਕਾਰਜ ਕਰਨਾ ਹੈ। ਸਤਿ ਸ੍ਰੀ ਅਕਾਲ। ਇਹ ਜੋਰਾਵਰ ਸਿੰਘ ਤੋਂ ਇਹ ਫਿਰ ਕਈ ਵਾਰੀ ਸੈਨਾਪਤੀ ਜੀ ਨੂੰ ਇੱਦਾਂ ਲੱਗਾ ਵੀ ਉਹ ਜੋਰਾਵਰ ਸਿੰਘ ਉੱਥੇ ਚਮਕੌਰ ਵਿੱਚ ਸੀਗਾ, ਤੋ ਉਹਦੇ ਕਰਕੇ ਫਿਰ ਅੱਗੇ ਇਤਿਹਾਸ ਵਿੱਚ ਚੱਲਦਾ ਆਇਆ। ਪਰ ਜਿਹੜਾ ਪ੍ਰਚਲਿਤ ਰਿਵਾਇਤ ਹੈ, ਦੂਜੇ ਸਾਹਿਬਜ਼ਾਦੇ ਦਾ ਨਾਂ ਜੁਝਾਰ ਸਿੰਘ, ਤੀਜੇ ਦਾ ਜੋਰਾਵਰ ਸਿੰਘ, ਚੌਥੇ ਦਾ ਫਤਿਹ ਸਿੰਘ। ਇਸ ਤਰ੍ਹਾਂ ਕਰਮਵਾਰ ਜ਼ਿਆਦਾ ਵਿਦਵਾਨਾਂ ਨੇ ਮੰਨਿਆ ਹੈ। ਸੁਣ ਪਰਿਵਾਰ ਆਨੰਦਿਤ ਹੋਵਾ, ਪਰਿਵਾਰ ਸੁਣ ਕੇ ਬੜਾ ਖੁਸ਼ ਹੋਇਆ ਹੈ। ਤੀਨੋਂ ਗੁਰਨੰਦਨ ਕੋ ਜੋਵਾ, ਤਿੰਨੇ ਗੁਰੂ ਦੇ ਪੁੱਤਰ ਹੁਣ ਖੇਡਣ ਲੱਗ ਪਏ ਹਨ। ਭਾਵ ਵਿਹੜੇ 'ਚ ਆ ਗਏ। ਵੱਡੇ ਬਾਬਾ ਅਜੀਤ ਸਿੰਘ ਜੀ, ਫਿਰ ਜੁਝਾਰ ਸਿੰਘ ਜੀ, ਫਿਰ ਜੋਰਾਵਰ ਸਿੰਘ ਸਾਹਿਬ ਜੀ। ਵਿਚਰੈ ਅਜਰ ਬਿਖੈ ਹਰਖੰਤੇ, ਵਿਹੜੇ 'ਚ ਦੌੜਦੇ ਫਿਰਦੇ ਹਨ ਖੁਸ਼ੀ ਖੁਸ਼ੀ। ਧਾਵਤ ਭੂਖਨ ਸ਼ਬਦ ਉਠੰਤੇ, ਔਰ ਦੌੜਦੇ ਆ, ਬੜੇ ਸੋਹਣੇ ਗਹਿਣੇ ਪਾਏ ਹੋਏ, ਉਹਨਾਂ ਦੀ ਛਣਕਾਰ ਉੱਠਦੀ ਹੈ। ਬਾਬਾ ਅਜੀਤ ਸਿੰਘ ਜਦੋਂ ਦੌੜਦੇ ਹਨ। ਅਜੀਤ ਸਿੰਘ ਚੜ੍ਹੈ ਤੁਰੰਗਮ, ਹੁਣ ਬਾਬਾ ਅਜੀਤ ਸਿੰਘ ਜੀ ਲਗਭਗ 5-6 ਸਾਲਾਂ ਦੇ ਹੋ ਗਏ ਨੇ ਤੇ ਘੋੜੇ ਦੀ ਸਵਾਰੀ ਕਰਨ ਲੱਗੇ ਨੇ। ਸੇਵਕ ਹੋਏ ਸਭਹੂ ਤਬ ਸੰਗਮ, ਤੇ ਉਹਨਾਂ ਦੇ ਗੜਵਈ ਬਾਬਾ ਗਜਗਾਹ ਸਿੰਘ ਜੀ, ਇਹ ਬਾਬਾ ਗਜਗਾਹ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਦਾ ਦਮਾਲੇ ਦਾ ਗਜਗਾਹ ਹਜ਼ੂਰ ਸਾਹਿਬ ਤਖਤ ਦੇ ਅੰਦਰ ਹੁਣ ਵੀ ਪਿਆ ਹੋਇਆ ਹੈ। ਜਦੋਂ ਸ਼ਾਸਤਰਾਂ ਦੇ ਦਰਸ਼ਨ ਕਰਾਉਂਦੇ ਆ, ਸਾਲ ਪਿੱਛੋਂ ਉਦੋਂ ਦਰਸ਼ਨ ਕਰਾਉਂਦੇ ਆ। ਬਾਬਾ ਗਜਗਾਹ ਸਿੰਘ ਜੀ ਨਿਹੰਗ ਸਿੰਘ ਜੀ ਦੇ ਦਮਾਲੇ ਦਾ ਉਹ ਗਜਗਾਹ ਹੈ। ਇਹ ਬਾਬਾ ਅਜੀਤ ਸਿੰਘ ਦਾ ਗੜਵਈ ਹੋਇਆ ਕਰਦਾ ਸੀ। ਚਾਰਾਂ ਸਾਹਿਬਜ਼ਾਦਿਆਂ ਦੇ 4 ਹੀ ਗੜਵਈ ਸਨ। ਤੋ ਬਾਬਾ ਜਿਵੇਂ ਫਤਿਹ ਸਿੰਘ ਦੇ ਗੜਵਈ ਬਾਬਾ ਜਥੇ ਸਿੰਘ ਜੀ ਸਨ, ਤੇ ਬਾਬਾ ਅਜੀਤ ਸਿੰਘ ਦੇ ਗੜਵਈ ਬਾਬਾ ਗਜਗਾਹ ਸਿੰਘ ਜੀ ਸਨ। ਤੋ ਬਾਬਾ ਗਜਗਾਹ ਸਿੰਘ ਜੀ ਘੋੜੇ ਦੀ ਬਾਗ ਫੜ ਲੈਂਦੇ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਘੋੜੇ ਤੇ ਬੈਠ ਜਾਂਦੇ ਤੇ ਹੌਲੇ ਹੌਲੇ ਸਾਹਿਬਜ਼ਾਦੇ ਨੂੰ ਸ਼ਹਿਰ ਦੇ ਵਿੱਚ ਘੁਮਾ ਕੇ, ਪਹਿਲਾਂ ਘੋੜਾ ਸਾਂਭਣਾ ਕਿਵੇਂ ਹੈ, ਘੋੜੇ ਤੇ ਬਹਿਣਾ ਕਿਵੇਂ ਹੈ,
ਘੋੜੇ ਨੂੰ ਰੋਕਣਾ ਕਿਵੇਂ ਹੈ, ਉਹਨੂੰ ਮੋੜਨਾ ਕਿਵੇਂ ਹੈ, ਇਹ ਸਾਹਿਬਜ਼ਾਦੇ ਨੂੰ ਟ੍ਰੇਨਿੰਗ ਦਿੰਦੇ ਹਨ। ਨਿਮ ਜੋਰਾਵਰ ਸਿੰਘ ਮੁਖ ਸੁੰਦਰ, ਏਦਾਂ ਹੀ ਦੂਜੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਉਹ ਵੀ ਬੜੇ ਸੁੰਦਰ ਹਨ। ਗੁਜਰਤ ਬਾਹਰ ਅੰਦਰ ਮੰਦਰ, ਉਹ ਵੀ ਵਿਹੜੇ ਵਿੱਚ ਦੌੜੇ ਫਿਰਦੇ ਹਨ। ਛੋਟੇ ਜਿਹੇ ਬੜੇ ਸੋਹਣੇ ਪੈਰਾਂ ਵਿੱਚ ਹੱਥਾਂ ਵਿੱਚ ਕੜੇ ਪਾਏ ਸੋਨੇ ਦੇ ਛਣਕਦੇ ਹਨ। ਬਹੁ ਜੁਝਾਰ ਸਿੰਘ ਕੋ ਦਲਰਾਵੈ, ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਜੋਰਾਵਰ ਸਿੰਘ ਜੀ ਛੋਟੇ ਦਾਈ ਦਾਇਆ ਅੰਕ ਉਠਾਵੈ, ਦਾਈ ਦਾਏ ਖਿਡਾਉਂਦੇ ਹਨ। ਸਾਹਿਬਜ਼ਾਦੇ ਨੂੰ ਗੋਦੀ ਚੁੱਕੀ ਫਿਰਦੇ ਹਨ। ਅਨਕ ਬਰਨ ਕੇ ਬਸਨ ਬਨਾਵਤ, ਬੜੇ ਬੜੇ ਸੋਹਣੇ ਬਸਤਰ ਮਾਤਾ ਜੀ ਤਿਆਰ ਕਰਵਾਉਂਦੇ ਹਨ। ਕੋਟਾ ਦਮਕਤ ਦੁੱਧ ਚਰਚਿਤ ਭਾਵਤ, ਗੋਟੇ ਵਾਲੇ ਕੱਪੜੇ ਪੁਰਾਣੇ ਜ਼ਮਾਨੇ ਦੇ ਵਿੱਚ ਰਿਵਾਜ ਸੀ ਕਿ ਤਿੱਲੇਦਾਰ ਸੋਹਣੀ ਕਢਾਈ ਚੋਲਿਆਂ ਦੇ ਕਰਨੀ, ਥੱਲੇ ਕਫਾਂ ਤੇ ਕਰਨੀ, ਕਾਲਰਾਂ ਤੇ ਕਰਨੀ, ਏਦਾਂ ਬੜੇ ਸੋਹਣੇ ਸੁੰਦਰ ਬਸਤਰ ਪਹਿਨਾਏ ਜਾਂਦੇ ਸਾਹਿਬਜ਼ਾਦਿਆਂ ਨੂੰ। ਤੀਨੋਂ ਕੇ ਸਰੀਰ ਗਰਦੰਤੇ, ਤਿੰਨਾਂ ਸਾਹਿਬਜ਼ਾਦਿਆਂ ਦੇ ਸਰੀਰ ਵਧਣ ਲੱਗ ਪਏ ਹਨ। ਜਨ ਤ੍ਰੈ ਵਿਦ ਪਾਵਕ ਲਿਖੇ ਅੰਤੇ, ਆਹਾ, ਕਵੀ ਜੀ ਕਹਿੰਦੇ ਮੈਨੂੰ ਇੰਝ ਲੱਗਦਾ ਵੀ ਜਿਵੇਂ ਜੱਗ ਦੀਆਂ 6 ਅਗਨੀਆਂ ਵਿੱਚੋਂ 3 ਅਗਨੀਆਂ ਇੱਥੇ ਪ੍ਰਗਟ ਹੋ ਗਈਆਂ ਹੁਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੱਗ ਦੀਆਂ 3 ਅਗਨੀਆਂ ਮੁੱਖ ਅਗਨੀਆਂ ਹੁੰਦੀਆਂ ਨੇ। ਕਹਿੰਦੇ ਮਾਨੋ ਇਹ ਸਾਰੀਆਂ ਹੀ ਅਗਨੀਆਂ ਹੀ ਅਗਨੀ ਦੇਵਤਾ ਦਾ ਹੀ ਰੂਪ, ਜੋ ਸ਼ਕਤੀਆਂ ਜੋ ਦੁਸ਼ਮਣਾਂ ਦਾ ਵੈਰੀਆਂ ਦਾ ਜੰਗਲ ਸਾੜ ਦੇਣਗੀਆਂ, ਉਹ ਇਹ ਸ਼ਕਤੀਆਂ ਪੈਦਾ ਹੋਈਆਂ ਹਨ। ਤੁਰਕ ਤਰਨ ਕੀ ਜੜ ਕੋ ਜਾਰਨ, ਕਹਿੰਦੇ ਤੁਰਕਾਂ ਦੇ ਦਰਖਤਾਂ ਦੀ ਜਿਹੜੀ ਜੜ ਹੈ ਨਾ, ਜਿਹੜਾ ਤੁਰਕਾਂ ਦਾ ਬੂਟਾ ਹੈ, ਉਹਦੀ ਜੜ ਨੂੰ ਸਾੜਨ ਵਾਸਤੇ, ਜਿਜ ਸਿੱਖਣ ਕੇ ਸੁਖ ਕੋ ਕਾਰਨ, ਤੇ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਸਤੇ ਜੋਦਾ ਬਲੀ ਹੋਏਗੇ ਰਨ ਮੈਂ। ਇਹ ਚਾਰੇ ਤਿੰਨੇ ਸਾਹਿਬਜ਼ਾਦੇ ਜਿਹੜੇ ਪੈਦਾ ਹੋ ਚੁੱਕੇ ਨੇ, ਸੰਗਤਾਂ ਦੇਖਦੀਆਂ ਨੇ ਕਿ ਇਹਨਾਂ ਦੇ ਚੱਲ ਚਾਲੇ ਸੂਰਮਿਆਂ ਵਾਲੇ ਹਨ। ਬਾਬਾ ਅਜੀਤ ਸਿੰਘ ਦਾ ਤਾਂ ਝਲਕਾ ਹੀ ਇਹੋ ਜਿਹਾ ਵੱਜਦਾ ਵੀ ਬੜੇ 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 ਸੂਰਮੇ, ਬੜੇ ਯੋਧੇ ਹਨ। ਤਜਨ ਲੋ ਤੀਰਜ ਮਨ ਮੈਂ, ਪ੍ਰਾਣ ਤਜਨ ਲੋਕ ਕਹਿੰਦੇ ਵੀ ਸ਼ਹੀਦੀ ਪਾਉਣ ਨੂੰ ਹਰ ਵੇਲੇ ਤਿਆਰ ਬਰ ਤਿਆਰ ਹੋਣਗੇ। ਨੰਦਨ ਅਬ ਬੰਧਨ ਜੋਗ, ਆ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨਮਸਕਾਰ ਕਰਨ ਯੋਗ ਹਨ। ਸਾਰੀ ਸ੍ਰਿਸ਼ਟੀ ਵੱਲੋਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ। ਪਰਿਵਾਰ ਆਦ ਸਭ ਲੋਗ, ਜਿੰਨੇ ਗੁਰੂ ਸਾਹਿਬ ਦੇ ਪਰਿਵਾਰ ਸਿੱਖ ਹਨ, ਸੰਗਤਾਂ ਹਨ ਗੁਰੂ ਦੀਆਂ। ਸ੍ਰੀ ਗੁਜਰੀ ਕੋ ਅਦਕ ਸਨੇਹੂ, ਮਾਤਾ ਗੁਜਰੀ ਜੀ ਸਭ ਨੂੰ, ਤਿੰਨਾਂ ਪਿਆਰਿਆਂ ਨੂੰ, ਪੋਤਿਆਂ ਨੂੰ ਪਿਆਰ ਕਰਦੇ ਹਨ। ਸਤ ਭਾਰਨ ਪੁੱਤਰਾਨ ਅਛੇਹੂ, ਬੜੇ ਲਾਡਾਂ ਨਾਲ ਪੋਤਰਿਆਂ ਨੂੰ ਮਾਤਾ ਪਾਲਦੀ ਹੈ। ਘਰ ਇਕੱਠੇ ਨਿਜ ਨਿਕਟ ਬਿਠਾਵੈ, ਤਿੰਨਾਂ ਨੂੰ ਇਕੱਠੇ ਕਰਕੇ ਗੋਦੀ 'ਚ ਬਹਾ ਲੈਂਦੀ ਹਰ ਹੈ। ਜਾਵਤ ਭੋਜਨ ਅਚਵਾਹੇ, ਬੜੇ ਸੋਹਣੇ ਸੋਹਣੇ ਸਵਾਦੀ ਭੋਜਨ ਬਣਾ ਕੇ ਮਾਤਾ ਕੋਲ ਬਹਾ ਕੇ ਛਕਾਉਂਦੀ ਹੈ। ਦੋਹਰਾ ਸ਼੍ਰੀ ਕਲਗੀ ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਜਨਮ ਹੋ ਰਹੇ ਨੇ ਔਰ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਬੜੇ ਚੋਜ ਕਰ ਰਹੇ ਨੇ। ਅੱਗੇ ਮਹਾਰਾਜ ਦੀ ਹੋਰ ਕਥਾ ਆਪ ਜੀ ਸਰਵਣ ਕਰੋਗੇ। ਇਹ ਗੁਰੂ ਸਾਹਿਬ ਦੀ ਕਲਾਵਰਤੀ ਹੁਸੈਨੀ ਵਾਲਾ ਜੰਗ ਫਤਿਹ ਹੋ ਗਿਆ, ਉਹ ਵੀ ਬਿਨਾਂ ਲੜਿਆ ਹੀ। 7 ਸਿੱਖਾਂ ਨੇ ਕਰਤਾ, ਭਾਈ ਸੰਗਤੀਆ ਸਿੰਘ ਤੇ 7 ਘੋੜਸਵਾਰ ਗਏ ਸੀਗੇ, ਤੇ ਉੱਥੇ ਸ਼ਹੀਦੀ ਪਹਿਰੇ ਵਿੱਚ ਮਹਾਰਾਜ ਨੇ ਉਹ ਵੱਡੇ ਜ਼ਾਲਮ ਜਿਹੜੇ ਸਨ ਦੁਸ਼ਟ ਕਿਰਪਾਲ ਚੰਦ ਕਟੋਚੀਆ ਤੇ ਹੁਸੈਨ ਖਾਨ, ਇਹ ਦੋਵੇਂ ਹੀ ਮਰਵਾਤੇ। ਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੰਗ ਵੀ ਨਹੀਂ ਕਰਨਾ ਪਿਆ। ਕਹਿੰਦੇ ਰਾਖ ਲਿਓ ਹਮਕੋ ਜਗ ਰਾਈ, ਲੋ ਘਟਾ ਅਨਤੈ ਬਰਸਾਈ। ਕਹਿੰਦੇ ਸਾਨੂੰ ਪਰਮੇਸ਼ਰ ਨੇ ਰੱਖ ਲਿਆ ਤੇ ਦੁਸ਼ਮਣਾਂ ਦੇ ਘਰ ਕਲਾ ਪਰਾਂ ਹੀ ਪਰਾਂ ਰਹਿ ਗਈ। ਇਹ ਸੱਚੇ ਪਾਤਸ਼ਾਹ ਦੀ ਕਥਾ ਆਪ ਜੀ ਨਾਲ ਸਾਂਝੀ ਕੀਤੀ। ਭੁੱਲਾਂ ਚੁੱਕਾਂ ਦੀ ਖਮਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾ, ਪ੍ਰਾਣਨਾਥ ਅਨਾਥ ਸਖੇ ਦੀਨ, ਹੇ ਸਮਰੱਥ ਅਗੰਮ ਪੂਰਨ ਮੋਏ ਮੈਂ, ਆਂਧ ਗੂਪ ਮਹਾ ਪਿਆਰ ਨਾਨਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਚਲੇ ਸੁਤਰੇ ਬਾਰ, ਜੋ ਸ਼ਰਧਾ ਕਰ ਸੇਲ ਦੇ, ਗੁਰ ਬਾਰ ਉਤਾਰਨ ਹਾਰ। ਵਾਹਿਗੁਰੂ।